The following message has been brought to you through the ministry of Emmanuel Church, Handsworth, Birmingham, UK. What we've been saying is that Israel as a nation had sinned. ਅਸੀਂ ਇਹ ਕਹਿੰਦੇ ਆਏ ਹੈਗੇ ਆ ਕਿ ਇਜ਼ਰਾਈਲ ਕੌਮ ਨੇ ਪਾਪ ਕੀਤਾ ਸੀ। They were taken into exile by their enemies. ਦੁਸ਼ਮਣਾਂ ਨੇ ਉਹਨਾਂ ਨੂੰ ਕੈਦ ਵਿੱਚ ਫੜ ਕੇ ਲੈ ਗਏ ਸੀਗੇ ਅਸੀਰੀ ਚ। Jerusalem was destroyed. ਜਰੂਸਲਮ ਬਰਬਾਦ ਹੋ ਗਿਆ ਸੀ। The temple was destroyed. The walls were destroyed. ਮੰਦਰ ਜਿਹੜਾ ਸੀਗਾ ਜਾਂ ਹੈਕਲ ਜਿਹੜੀ ਸੀ ਜਰੂਸਲਮ ਦੇ ਵਿੱਚ ਉਹ ਬਰਬਾਦ ਹੋ ਗਈ, ਉਹਦੀਆਂ ਦੀਵਾਰਾਂ ਜਿਹੜੀਆਂ ਸੀ ਢਾਈਆਂ And so these post-exilic books talk about what happened after they came back after 70 years. 17 ਸਾਲਾਂ ਬਾਅਦ ਜਿਸ ਵੇਲੇ ਉਹ ਅਸੀਰੀ ਦੇ ਵਿੱਚੋਂ ਨਿਕਲ ਕੇ ਵਾਪਸ ਆਏ ਸੀਗੇ ਉਹ ਗੱਲ ਕਰ ਰਹੇ ਸੀ। Now last week we looked at the book of Nehemiah. We closed the book of Nehemiah. ਨehemiah ਪਿਛਲੇ ਹਫਤੇ ਦੀ ਕਿਤਾਬ ਦੇਖੀ ਸੀਗੀ, ਉਹ ਖਤਮ ਕਰ ਚੁੱਕੇ ਹਾਂ। And we saw how the walls had been built. ਅਸੀਂ ਇਹ ਵੀ ਦੇਖਿਆ ਦੀਵਾਰਾਂ ਜਿਹੜੀਆਂ ਉਹ ਬਣ ਚੁੱਕੀਆਂ। God's word was read and there was a revival. ਪਰਮੇਸ਼ਰ ਦਾ ਵਚਨ ਪੜ੍ਹਿਆ ਗਿਆ, ਸੁਣਾਇਆ ਗਿਆ ਤੇ ਬਾਅਦ ਦੇ ਵਿੱਚ ਬਦੇਰੀ ਆਈ। People repented. ਲੋਕਾਂ ਨੇ ਤੌਬਾ ਕੀਤੀ। They promised to follow God's law. ਤੇ ਬਾਅਦ ਦੇ ਵਿੱਚ ਪਰਮੇਸ਼ਰ ਦੇ ਜਿਹੜੇ ਸ਼ਰ੍ਹਾ ਸੀਗੇ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਇਹ ਕਰਾਂਗੇ। But then Nehemiah went back to Persia. ਫਿਰ ਪਰਸ਼ੀਆ ਨੂੰ ਨehemiah ਵਾਪਸ ਗਿਆ ਸੀ ਜਿਸ ਤਰ੍ਹਾਂ ਉਹਨੇ ਕਿਹਾ ਸੀ। He left Jerusalem. ਜਰੂਸਲਮ ਛੱਡ ਕੇ And ਚਲਾ what ਗਿਆ। happened? The people resorted to their old habits. ਬਾਅਦ ਦੇ ਵਿੱਚ ਨehemiah ਜਿਸ ਵੇਲੇ ਮੁੜ ਕੇ ਚਲਾ ਗਿਆ ਤੇ ਬਾਅਦ ਵਿੱਚ ਕੀ ਹੋਇਆ, ਲੋਕੀ ਆਪਣੀ ਪੁਰਾਣੀਆਂ ਆਦਤਾਂ ਦੇ ਵਿੱਚ ਮੁੜ ਕੇ ਪੈ ਗਏ। Breaking the Sabbath. ਸਾਬਤ ਵੀ ਤੋੜ ਦਿੱਤਾ। Engaging in mixed marriages. ਫਿਰ ਉਹਨਾਂ ਨੇ ਸ਼ਾਦੀ ਗੈਰ ਕੌਮਾਂ ਦੇ ਲੋਕਾਂ ਨਾਲ ਕਰਨੀ ਸ਼ੁਰੂ ਕਰਤੀ। Neglecting the house of God. ਪਰਮੇਸ਼ਰ ਦੇ ਘਰ ਦੀ ਵੀ ਉਹ ਅਣਗਹਿਲੀ ਕਰ ਦਿੱਤੀ। Now it seems this is when God raised the prophet Malachi. ਇਸ ਵੇਲੇ ਪਰਮੇਸ਼ਰ ਨੇ ਮਲਾਕੀ ਨਬੀ ਨੂੰ ਖੜਾ ਕੀਤਾ To preach to the people of Israel. ਇਜ਼ਰਾਈਲ ਦੇ ਲੋਕਾਂ ਨੂੰ ਉਹ ਪ੍ਰਚਾਰ ਕਰੇ, ਪਰਮੇਸ਼ਰ ਦਾ ਸੁਨੇਹਾ ਭੇਜੇ। So this is the last book of the Bible, the Old Testament rather. ਪੁਰਾਣੇ ਨੇਮ ਦੇ ਵਿੱਚੋਂ ਇਹ ਜਿਹੜੀ ਆਖਰੀ ਕਿਤਾਬ ਹੈ। After this there's a 400-year gap before God speaks again. So this is called the 400 years of silence, and then you have the New Testament period. ਇਸ ਮਲਾਕੀ ਦੀ ਕਿਤਾਬ ਤੋਂ ਬਾਅਦ ਪਰਮੇਸ਼ਰ 4 ਸਾਲ ਨਹੀਂ ਬੋਲਿਆ ਹੈਗਾ। ਇਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਹਾਂ ਕਿ ਇਹ ਜਿਹੜੀ 400 ਸਾਲ ਹੈ ਇਹ ਪਰਮੇਸ਼ਰ ਦੀ ਚੁੱਪ ਹੈ। So this is the final post-exilic book. ਇਹ ਆਖਰੀ ਕਿਤਾਬ ਹੈਗੀ ਆ ਜਿਸ ਵੇਲੇ ਉਹ ਸੀਰੀ ਦੇ ਵਿੱਚੋਂ ਨਿਕਲ ਕੇ ਆਏ ਸੀ। Malachi is written in the form of a dialogue. ਉਹਨੇ ਇੱਕ ਇਹ ਗੱਲਬਾਤ ਕੀਤੀ ਹੈ, ਇਸ ਤਰੀਕੇ ਨਾਲ ਉਹਨੇ ਇੱਕ ਕਿਤਾਬ ਲਿਖੀ Between God and his people. ਪਰਮੇਸ਼ਰ ਦੇ ਲੋਕਾਂ ਦੇ ਵਿਚਕਾਰ ਜਿਹੜੀ So ਗੱਲਬਾਤ ਹੋਈ God ਹੈ। says something and he then quotes their response. ਪਰਮੇਸ਼ਰ ਨੇ ਕੁਝ ਪਹਿਲਾਂ ਉਹਨਾਂ ਨੂੰ ਕਿਹਾ, ਫਿਰ ਲੋਕਾਂ ਨੇ ਕੁਝ ਉਹਨਾਂ ਨੇ ਕਿਹਾ। And you'll see this as we work through it. ਤੇ ਅਸੀਂ ਦੇਖਾਂਗੇ ਇਹ। So let's have a look at it. ਅਸੀਂ ਇਹਨੂੰ ਦੇਖੀਏ। So the first thing I want to consider is God's love. There's a message of God's love. ਪਹਿਲੀ ਗੱਲ ਅਸੀਂ ਦੇਖਾਂਗੇ ਜਿਹੜਾ ਇੱਥੇ ਪੈਗਾਮ ਹੈਗਾ ਪਰਮੇਸ਼ਰ ਦਾ ਪਿਆਰ ਦੇ ਬਾਰੇ। So verse 1 tells us that God speaks through Malachi. ਪਹਿਲੀ ਆਇਤ ਸਾਨੂੰ ਦੱਸਦੀ ਆ ਕਿ ਪਰਮੇਸ਼ਰ ਮਲਾਕੀ ਦੇ ਦੁਆਰਾ ਬੋਲਦਾ। And then God makes a statement in verse 2. ਦੂਸਰੀ ਆਇਤ ਦੇ ਵਿੱਚ ਇੱਕ ਬਿਆਨ ਕਰਦਾ ਪਰਮੇਸ਼ਰ। It says this. ਉਹ ਇੱਥੇ ਲਿਖਿਆ, I have loved you, says the Lord. ਪ੍ਰਭੂ ਨੇ ਕਿਹਾ ਕਿ ਹਾਂ ਕਿ ਮੈਂ ਤੈਨੂੰ ਪਿਆਰ ਕੀਤਾ ਹੈ। And then he quotes Israel's response. ਫਿਰ ਇੱਥੇ ਲਿਖਿਆ ਹੈਗਾ ਜੋ ਇਜ਼ਰਾਈਲ ਕੌਮ ਮੋਰਿਓ ਕਰਦੀ ਹੈ। Yet you say, in what way have you loved us? ਤੇ ਉਹ ਲੋਕਾਂ ਨੇ ਜਵਾਬ ਦਿੱਤਾ ਕਿ ਹਾਂ ਕਿ ਕਿਸ ਤਰੀਕੇ ਨਾਲ ਤੂੰ ਸਾਡੇ ਨਾਲ ਪਿਆਰ ਕੀਤਾ। So can you see God makes a statement and they're responding. ਤੇ ਦੇਖਦੇ ਆ ਕਿ ਪਰਮੇਸ਼ਰ ਨੇ ਇੱਕ ਬਿਆਨ ਕੀਤਾ ਤੇ ਲੋਕਾਂ ਨੇ ਮੋਰਿਓ ਕਿਸ ਤਰ੍ਹਾਂ ਜਵਾਬ ਦਿੱਤਾ। How have you loved us? ਹਾਂ ਪਰਮੇਸ਼ਰ ਤੂੰ ਕਿਸ ਤਰ੍ਹਾਂ ਸਾਡੇ ਨਾਲ ਪਿਆਰ ਕੀਤਾ। And you see this pattern again and again in Malachi. ਮਲਾਕੀ ਦੀ ਕਿਤਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਬਾਰ-ਬਾਰ ਦੇਖਦੇ ਹਾਂ। God talks about their shortfallings. ਪਰਮੇਸ਼ਰ ਗੱਲ ਕਰਦਾ ਜਿਸ ਵੇਲੇ ਲੋਕੀ ਘਾਟ ਦੇ ਵਿੱਚ ਰਹਿ ਜਾਂਦੇ ਸੀ। And he challenges them. ਉਹਨਾਂ ਨੂੰ ਚੇਤਾਵਨੀ ਦਿੰਦਾ। And they question God. ਤੇ ਫਿਰ ਉਹ ਪਰਮੇਸ਼ਰ ਦੇ ਜੋ ਪਰਮੇਸ਼ਰ ਕਹਿੰਦਾ ਉਹਦਾ ਸਵਾਲ ਉਹ ਕਰਦੇ, ਉਹਨੂੰ ਸਵਾਲ ਕਰਦੇ ਆ। Let me give you a few examples. Chapter 1 verse 6. ਪਹਿਲਾ ਅਧਿਆਏ ਤੇ 6ਵੀਂ ਆਇਤ ਦੇ ਵਿੱਚ ਮਿਸਾਲ ਦਿੰਦੇ ਆ। God challenges them. They said, look, he says that you have not honored me, or they have not honored God. ਪਰਮੇਸ਼ਰ ਉਹਨਾਂ ਨੂੰ ਲਲਕਾਰਦਾ ਹੈਗਾ ਕਿ ਹਾਂ ਕਿ ਤੁਸੀਂ ਮੈਨੂੰ ਪਿਤਾ ਵਾਂਗਰ ਪਰਮੇਸ਼ਰ ਵਾਂਗੂ ਤੁਸੀਂ ਨਹੀਂ ਆਦਰ ਕੀਤਾ। And they reply, ਉਹਨਾਂ ਨੇ ਫਿਰ in what ਜਵਾਬ way ਦਿੱਤਾ। have we despised your name? ਉਹਨਾਂ ਨੇ ਕਿਹਾ ਕਿ ਹਾਂ ਵੇ ਤੇਰੇ ਨਾਮ ਨੂੰ ਅਸੀਂ ਕਿਸ ਤਰ੍ਹਾਂ ਤੁੱਛ ਜਾਣਿਆ। Chapter 1 verse 7. God ਸੱਤਵੀਂ ਆਇਤ। tells them they've offered defiled sacrifices, defiled food. ਉਹਨੇ ਕਿਹਾ ਕਿ ਹਾਂ ਕਿ ਜਿਹੜੀਆਂ ਤੁਸੀਂ ਕੁਰਬਾਨੀਆਂ ਲੈ ਕੇ ਆਉਂਦੇ ਆ ਉਹ ਸਹੀ ਨਹੀਂ ਹੈ, ਉਹਨਾਂ ਦੇ ਵਿੱਚ ਖੋਟ ਹੈਗੀ ਆ, ਤੁਸੀਂ ਉਹ ਲੈ ਕੇ ਆਉਂਦੇ ਆ। And they question him, in what way have we defiled you? ਫਿਰ ਪਰਮੇਸ਼ਰ ਨੂੰ ਸਵਾਲ ਪਾਉਂਦੇ ਹੈ ਕਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਭ੍ਰਿਸ਼ਟ ਕੀਤਾ।
chapter 2 ਦੂਸਰਾ ਅਧਿਆਇ and in verse 17. 17ਵੀਂ ਆਇਤ, They'd wearied God ਪਰਮੇਸ਼ਰ ਨੂੰ ਉਹਨਾਂ ਨੇ ਥਕਾ ਦਿੱਤਾ and they questioned him, in what way have we wearied you? ਤੇ ਉਹਨਾਂ ਨੇ ਸਵਾਲ ਪਾਇਆ ਕਿ ਹਾਂ ਕਿ ਪਰਮੇਸ਼ਰ ਤੈਨੂੰ ਕਿਸ ਤਰ੍ਹਾਂ ਅਸੀਂ And so you ਥਕਾਇਆ। can follow this. This goes on again and again. ਇਹ ਬਾਰ-ਬਾਰ ਇਸ ਤਰ੍ਹਾਂ ਗੱਲਬਾਤ ਹੁੰਦੀ ਉਹਨਾਂ ਵਿਚਕਾਰ। 7 times God questions them, 7 ਵਾਰੀ ਪਰਮੇਸ਼ਰ ਨੇ ਉਹਨਾਂ ਨੂੰ ਸਵਾਲ ਪਾਇਆ and 7 times they reply back and they question God. 7 ਵਾਰ ਉਹਨਾਂ ਨੇ ਜਵਾਬ ਦਿੱਤਾ ਜਿਹਦੇ ਵਿੱਚ ਸਵਾਲ ਸੀਗਾ ਕਿ ਹਾਂ ਕਿ ਕਿਸ ਤਰ੍ਹਾਂ ਤੂੰ ਸਾਡੇ ਨਾਲ ਅਸੀਂ ਤੇਰੇ ਨਾਲ ਕਿਸ ਤਰ੍ਹਾਂ ਇਹ ਸਲੂਕ ਕੀਤਾ। And what it reveals is that Israel were obstinate, they were rebellious, they were argumentative, they were self-righteous. ਅਸੀਂ ਦੇਖਦੇ ਹਾਂ ਕਿ ਇਜ਼ਰਾਈਲ ਨੇ ਹਰ ਵੇਲੇ ਜਿਸ ਵੇਲੇ ਜਵਾਬ ਦਿੱਤਾ ਉਹਦੇ ਵਿੱਚ ਦੇਖਦੇ ਹਾਂ ਕਿ ਉਹ ਆਕੀ ਸੀਗੇ, ਬਲਵਾ ਕਰਨ ਵਾਲੇ ਸੀਗੇ, ਉਹ ਆਕੜਵਾਲੀ ਧਾਉਣ ਵਾਲੇ ਸੀਗੇ, ਉਹ ਔਖੇ ਸੀਗੇ ਹਾਂ ਕਿ ਅਸੀਂ ਤੇਰੇ ਨਾਲ ਇਸ ਤਰ੍ਹਾਂ ਕਿਸ So ਤਰ੍ਹਾਂ they ਕੀਤਾ। just couldn't see their sin. ਆਪਣੇ ਪਾਪ ਨੂੰ ਉਹ ਨਹੀਂ ਸੀ ਦੇਖ ਸਕਦੇ, They were oblivious to it. ਪਾਪ ਤੋਂ ਬਿਲਕੁਲ ਉਹ ਇਨਕਾਰ ਕਰਦੇ ਸੀਗੇ ਕਿ ਅਸੀਂ ਪਾਪੀ ਨਹੀਂ ਹਾਂ। This is how bad their condition was. ਇਹੋ ਜਿਹੀ ਉਹਨਾਂ ਦੀ ਮਾੜੀ ਹਾਲ ਹੋ ਚੁੱਕੀ ਸੀ ਕਿ ਉਹ ਆਪਣੇ ਪਾਪ ਨੂੰ ਨਹੀਂ ਸੀ ਦੇਖ ਸਕਦੇ। They just kicked back against God and they questioned God. God, how have we done this? ਜਿਸ ਵੇਲੇ ਪਰਮੇਸ਼ਰ ਉਹਨਾਂ ਨੂੰ ਸਵਾਲ ਪਾਉਂਦਾ ਸੀਗਾ ਤੇ ਉਹ ਪਰਮੇਸ਼ਰ ਦੇ ਉਹਨੂੰ ਮੋਹਰਿਓਂ ਸਵਾਲ ਪਾਉਂਦੇ ਸੀਗੇ ਕਿ ਹਾਂ ਕਿ ਅਸੀਂ ਕਿਸ ਤਰ੍ਹਾਂ ਤੇਰੇ ਨਾਲ ਇਸ ਤਰ੍ਹਾਂ ਕੀਤਾ ਹੈ। Are we so blind? ਕਿ ਅਸੀਂ ਵੀ ਉਸੇ ਤਰ੍ਹਾਂ ਦੇ ਹਾਂ। When God uses people to challenge us ਜਿਸ ਵੇਲੇ ਪਰਮੇਸ਼ਰ ਲੋਕਾਂ ਨੂੰ ਇਸਤੇਮਾਲ ਕਰਦਾ ਕਿ ਸਾਡੇ ਅੱਗੇ ਆ ਕੇ ਲਲਕਾਰ ਰੱਖੇ, and address our sins, ਸਾਡੇ ਅੱਗੇ ਪਾਪ ਦੇ ਅੱਗੇ ਆ ਕੇ ਜ਼ਿਕਰ ਕਰੇ, we get upset. How? Where? What have I done? ਫਿਰ ਅਸੀਂ ਉਹਨਾਂ ਨੂੰ ਜਵਾਬ ਦਿੰਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਪਾਪ ਕੀਤਾ, ਅਸੀਂ ਕਿਸ ਤਰ੍ਹਾਂ ਕੀਤਾ, ਕਿਸ ਤਰੀਕੇ ਨਾਲ ਕੀਤਾ। Yesterday, Geeta was making some saag, some spinach, ਗੀਤਾ ਭੈਣ ਕੱਲ ਸਾਗ ਬਣਾ ਰਹੀ ਸੀ, and it was a bit watery. ਪਾਣੀ ਸੀਗਾ ਉਹਦੇ ਵਿੱਚ And she was trying to kind of boil the water away. ਤੇ ਉਹ ਪਾਣੀ ਨੂੰ ਗੈਸ ਉੱਚਾ ਕਰਕੇ ਤਾਂ ਪਾਣੀ ਨੂੰ ਕਹਿੰਦੀ ਸੀ ਉਹ ਭਾਫ ਬਣ And ਕੇ she ਉੱਡ told me ਜਾਵੇ to maybe just stir it so it doesn't stick to the bottom. ਤੇ ਉਹ ਛੇੜਾ ਵੀ ਦਿੰਦੀ ਸੀ ਕਿ ਥੱਲੇ ਲੱਗ And ਨਾ I ਜਾਵੇ। started doing that, ਤੇ ਜੱਜੀ ਵੀ ਕਰਨ ਲੱਗਾ and it kind of was boiling, ਤੇ ਉਹ ਉਬਲ ਰਿਹਾ ਸੀ, and a splash hit my head. ਸਿਰ ਦੇ ਉੱਤੇ ਛਿੱਟਾ ਪੈ ਗਿਆ। And you now know why I've got this burnt mark on my head. ਸਿਰ ਦੇ ਉੱਤੇ ਤੁਹਾਨੂੰ ਨਿਸ਼ਾਨ ਦਿਖਦਾ ਕਿ ਉੱਥੇ ਛਾਲਾ ਪਿਆ ਆ। And I got to put Vaseline over it. ਵੈਸਲੀਨ ਲਾਉਣੀ ਪਈ। So, you know, it's like this, isn't it? ਇਸੇ ਤਰ੍ਹਾਂ ਹੈਗਾ, It's like there's a mark on our face. ਵਿਸ਼ਵਾਸ ਦੇ ਉੱਤੇ ਸਾਡੇ ਉੱਤੇ ਥੱਬਾ ਲੱਗਾ ਹੋਇਆ, There's a stain on us. ਸਾਡੇ ਉੱਤੇ ਤੇ ਇੱਕ ਥੱਬਾ ਲੱਗਾ ਹੋਇਆ, ਕਿ ਦਾਗ ਲੱਗਾ ਹੋਇਆ। And we go to the mirror ਅਸੀਂ ਸ਼ੀਸ਼ੇ ਵਿੱਚ ਜਾ ਕੇ ਦੇਖਦੇ ਹਾਂ and we're just blind. We don't see it. ਤੇ ਅਸੀਂ ਸ਼ੀਸ਼ੇ 'ਚ ਦੇਖਦੇ ਹਾਂ ਪਰ ਦਾਗ ਤੇ ਲੱਗਾ ਹੋਇਆ, ਪਰ ਅਸੀਂ ਉਹਨੂੰ ਦੇਖਦੇ ਨਹੀਂਗੇ, ਅਸੀਂ ਅੰਨੇ ਹੋ ਜਾਂਦੇ ਹਾਂ। We just don't see our sin. ਅਸੀਂ ਆਪਣੇ ਪਾਪ ਨੂੰ ਨਹੀਂ ਦੇਖਦੇ। This is what Israel were doing. ਇਜ਼ਰਾਈਲ ਦੀ ਕੌਮ ਇਹੀ ਕਰ ਰਹੀ ਸੀ। So God opens here and says, I have loved you. ਪਰਮੇਸ਼ਰ ਇੱਥੇ ਗੱਲਬਾਤ ਕਰ ਸ਼ੁਰੂ ਕਰਦਾ ਇਸ ਤੋਂ ਕਿ ਹਾਂ ਕਿ ਮੈਂ ਤੁਹਾਨੂੰ ਪਿਆਰ ਕੀਤਾ And ਹੈ। they question God, how have you loved us? ਫਿਰ ਉਹ ਪਰਮੇਸ਼ਰ ਨੂੰ ਉਹਦੇ ਮੂਹਰੇ ਅੱਗੇ ਸਵਾਲ ਕਰਨ ਲੱਗ ਪਏ ਕਿ ਹਾਂ ਕਿ ਤੂੰ ਕਿਸ ਤਰ੍ਹਾਂ ਸਾਨੂੰ ਪਿਆਰ ਕੀਤਾ। And God replies in verse 2. ਦੂਸਰੀ ਆਇਤ ਵਿੱਚ ਪਰਮੇਸ਼ਰ ਜਵਾਬ ਦਿੰਦਾ, He says this, ਉਹ ਇਹ ਕਹਿੰਦਾ, was not Esau Jacob's brother, says the Lord, yet Jacob I have loved, but verse 3, but Esau I have hated. ਇਸ ਚੈਪਟਰ 3 Chapter 1, verse ਪਹਿਲੇ 2. ਅਧਿਆਇ ਦੇ ਵਿੱਚ 2 ਤੇ 3 ਆਇਤ ਵਿੱਚ So, ਲਿਖੀ, Esau I have loved, Jacob I have hated. ਈਸੋ ਨੂੰ ਮੈਂ ਪਿਆਰ ਕੀਤਾ ਪਰ ਯਾਕੂਬ ਨੂੰ ਮੈਂ ਨਫ਼ਰਤ ਕੀਤੀ। When it says Jacob, Just- we know out of Jacob came the nation of Israel. ਜਿਸ ਵੇਲੇ ਯਾਕੂਬ ਦੀ ਗੱਲ ਕਰਦਾ ਅਸੀਂ ਦੇਖਦੇ ਹਾਂ, ਅਸੀਂ ਇਹ ਵੀ ਜਾਣਦੇ ਹਾਂ ਕਿ ਯਾਕੂਬ ਦੇ ਵਿੱਚੋਂ ਇਜ਼ਰਾਈਲ ਕੌਮ ਨਿਕਲੀ ਸੀ। So it's saying, Jacob, you, Israel, I have loved, but Esau I have hated. ਪਰ ਤੈਨੂੰ ਯਾਕੂਬ ਮੈਂ ਪਿਆਰ ਕੀਤਾ ਪਰ ਈਸੋ ਨੂੰ ਮੈਂ ਨਫ਼ਰਤ ਕੀਤੀ। So there were these two brothers, ਇਹ ਦੋ ਭਰਾ ਸੀ, Esau and Jacob. ਈਸੋ ਤੇ ਯਾਕੂਬ। And God says, ਪਰਮੇਸ਼ਰ ਕਹਿੰਦਾ, I have loved Jacob, Israel, I have loved you. ਯਾਕੂਬ ਮੈਂ ਤੈਨੂੰ ਪਿਆਰ ਕੀਤਾ, ਇਜ਼ਰਾਈਲ ਕੌਮ ਮੈਂ ਤੈਨੂੰ ਪਿਆਰ ਕੀਤਾ, But Esau I have hated. ਈਸੋ ਨੂੰ ਮੈਂ ਨਫ਼ਰਤ ਕੀਤੀ। Now that word love ਇਹ ਜਿਹੜਾ ਲਫ਼ਜ਼ ਪਿਆਰ ਹੈ, has more of an emphasis on choice rather than emotion. ਇਹ ਹੈ ਕਿ ਜਿਹੜੀ ਚੋਣ ਕਰਨੀ ਹੈ, ਪਿਆਰ ਜਿਹੜਾ ਲਫ਼ਜ਼ ਹੈਗਾ ਇਹ ਚੁਣਿਆ ਹੈਗਾ, ਇਹ ਨਹੀਂ ਹੈ ਕਿ ਜਿਹੜੇ ਕਿ ਜਜ਼ਬਾਤੀ ਆ ਕਿ ਹਾਂ ਕਿ ਮੈਂ ਪਿਆਰ ਕਰਦਾ। So ਇਹ God is ਜਜ਼ਬਾਤ saying, ਨਹੀਂ ਹੈ। Jacob, Israel, I have chosen you. ਪਰਮੇਸ਼ਰ ਕਹਿੰਦਾ ਕਿ ਹੇ ਯਾਕੂਬ, ਹੇ ਇਜ਼ਰਾਈਲ, ਮੈਂ ਤੈਨੂੰ ਚੁਣਿਆ। And that word hate in verse 3, ਤੀਸਰੀ ਆਇਤ ਦੇ ਵਿੱਚ ਜਿਹੜਾ ਕਿ ਨਫ਼ਰਤ ਕੀਤੀ in the ਸਾਨੂੰ, context is saying, I have not chosen Esau. ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਨਫ਼ਰਤ ਨਹੀਂ ਕੀਤੀ ਪਰ ਮੈਂ ਈਸੋ ਨੂੰ ਨਹੀਂ ਚੁਣਿਆ। Jacob was a deceiver.
ਯਕੂਬ ਜਿਹੜਾ ਸੀ ਉਹ ਧੋਖੇਬਾਜ਼ ਸੀ। There's absolutely nothing righteous about Jacob. ਯਕੂਬ ਦੇ ਵਿੱਚ ਕੋਈ ਧਰਮੀ ਗੱਲ ਨਹੀਂ ਸੀ, But God chose to be committed to him and have a relationship with him. ਪਰ ਪਰਮੇਸ਼ਵਰ ਨੇ ਚੁਣਿਆ ਕਿ ਹਾਂ ਕਿ ਮੈਂ ਇਸ ਧੋਖੇਬਾਜ਼ ਮਨੁੱਖ ਦੇ ਨਾਲ ਇੱਕ ਰਿਸ਼ਤਾ ਕਾਇਮ ਕਰਾਂ, ਇਹਨੂੰ ਮੈਂ ਚੁਣਾ, ਇਹਨੂੰ ਮੈਂ ਪਿਆਰ ਕਰਾਂ। This was entirely God's choice. ਇਹ ਪਰਮੇਸ਼ਵਰ ਦੀ ਆਪ ਖੁਦ ਹੀ ਦੀ ਚੁਣਨਾ ਸੀ, Out of his own free will. ਆਪਣੀ ਮਰਜ਼ੀ ਦੇ ਮੁਤਾਬਕ ਉਹਨੇ ਉਹਨੂੰ ਚੁਣਿਆ। This had nothing to do with Jacob. ਯਕੂਬ ਦਾ ਕੋਈ ਇਹਦੇ ਵਿੱਚ ਹਿੱਸਾ ਨਹੀਂ ਸੀ। And God is saying to Israel here, ਪਰਮੇਸ਼ਵਰ ਇਜ਼ਰਾਈਲ ਨੂੰ ਕਹਿ ਰਿਹਾ ਇੱਥੇ, Jacob, Israel, of all the nations in the world, ਉਹ ਕਹਿ ਰਿਹਾ ਕਿ ਹਾਂ ਯਕੂਬ ਜਿਹੜੀ ਇਜ਼ਰਾਈਲ ਕੌਮ ਹੈਗੀ, ਸਾਰੀ ਦੁਨੀਆ ਦੇ ਵਿੱਚ ਜਿਹੜੀ ਇਹ ਕੌਮ ਹੈ, I chose to have a relationship with you and for you to be called my children. ਸਾਰੀ ਦੁਨੀਆ ਦੇ ਵਿੱਚੋਂ ਹੈ ਯਕੂਬ ਹੈ ਇਜ਼ਰਾਈਲ, ਮੈਂ ਤੈਨੂੰ ਚੁਣਿਆ ਕਿ ਮੈਂ ਤੇਰੇ ਨਾਲ ਰਿਸ਼ਤਾ ਕਾਇਮ ਕਰਾਂ। This is how God loved Israel. ਇਸ ਤਰੀਕੇ ਦੇ ਨਾਲ ਪਰਮੇਸ਼ਵਰ ਪਿਆਰ ਕਰਦਾ ਹੈਗਾ ਇਜ਼ਰਾਈਲ ਨੂੰ। Turn with me to the book of Romans. ਰੋਮੀਆਂ ਦੀ ਕਿਤਾਬ ਨੂੰ ਚਲੀਏ, Romans chapter 9 ਰੋਮੀਆਂ 9 ਦੇ ਵਿੱਚ, and verse 13. ਰੋਮੀਆਂ 9:13। Paul here quotes exactly the same verse from the book of Malachi. ਮਲਾਕੀ ਦੀ ਕਿਤਾਬ ਦੇ ਵਿੱਚੋਂ ਇਹ ਪੌਲਸ ਇਹ ਆਇਤ He ਲੈਂਦਾ ਹੈ। says, as it is written, Jacob I've loved, but Esau I have hated. ਇੱਥੇ ਵੀ ਉਹੀ ਕਹਿੰਦਾ ਕਿ ਹਾਂ ਕਿ ਯਕੂਬ ਮੈਂ ਤੈਨੂੰ ਪਿਆਰ ਕੀਤਾ, ਈਸੋ ਨੂੰ ਮੈਂ ਨਫ਼ਰਤ ਕੀਤੀ। What was Paul talking about here? ਪੌਲਸ ਇੱਥੇ ਕਿਹੜੀ ਗੱਲ ਕਰ ਰਿਹਾ? Paul is talking here of the doctrine of election. ਜਿਹੜੀ ਕਿ ਚੋਣ ਹੈਗੀ ਆ, ਪੌਲਸ ਉਹਦੇ ਬਾਰੇ ਗੱਲ ਕਰ ਰਿਹਾ ਹੈ। He says, ਉਹ ਕਹਿੰਦਾ, Jacob and Esau, they were not born ਜਿਸ ਵੇਲੇ ਉਹ ਜੰਮੇ ਨਹੀਂ ਸੀ ਯਕੂਬ ਤੇ ਈਸੋ, before they can do any evil or good, verse 11. 11ਵੀਂ ਦੱਸਿਆ ਕਿ ਉਹ ਬੁਰਾਈ ਕਰਨ ਤੋਂ ਪਹਿਲਾਂ, But he says, ਉੱਥੇ ਲਿਖਿਆ before even birth, ਜਨਮ ਤੋਂ ਪਹਿਲਾਂ ਹੀ God elected Jacob. ਜਨਮ, ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਪਰਮੇਸ਼ਵਰ ਨੇ ਯਕੂਬ ਨੂੰ ਚੁਣ ਲਿਆ ਸੀ, He predestined him. ਪਹਿਲਾਂ ਹੀ ਉਹਨੇ ਠਹਿਰਾ ਦਿੱਤਾ ਸੀ। Verse 12, he decided that the older would serve the younger. ਤੇ ਇੱਥੇ ਵੀ ਲਿਖਿਆ ਹੈਗਾ ਕਿ ਜਿਹੜਾ ਵੱਡਾ ਹੈਗਾ ਆ ਉਹ ਛੋਟੇ ਦਾ ਟਹਿਲੂਆ ਬਣੂਗਾ। And it's Jacob. Jacob, Israel that God had chosen. ਯਕੂਬ ਨੂੰ, ਸਿਰਫ ਯਕੂਬ ਨੂੰ, ਇਜ਼ਰਾਈਲ ਨੂੰ ਪਰਮੇਸ਼ਵਰ ਨੇ ਚੁਣਿਆ ਹੈ। And Esau he hated. In other words, he didn't elect him. ਈਸਾ ਨੂੰ ਉਹਨੇ ਨਫ਼ਰਤ ਕੀਤੀ, ਇਹਦਾ ਮਤਲਬ ਕਿ ਪਰਮੇਸ਼ਵਰ ਨੇ ਈਸਾ ਨੂੰ ਨਹੀਂ ਚੁਣਿਆ। Now you say, is that fair? ਕੀ ਇਹ ਸਹੀ ਗੱਲ ਹੈਗੀ ਹੈ ਕਿ ਇਸ ਤਰ੍ਹਾਂ ਕੀਤਾ? Paul knew this is what people would say, so he says in verse 14. ਤੇ ਪੌਲਸ ਕਹਿੰਦੇ ਸੀ ਕਿ ਲੋਕੀ ਇਸ ਤਰ੍ਹਾਂ ਦਾ ਸਵਾਲ ਕਰਨਗੇ। What shall we say then? Is there unrighteousness with God? Certainly not. ਕੀ ਉਹ ਕਹਿੰਦਾ ਕਿ ਪਰਮੇਸ਼ਵਰ ਦੇ ਕੁਧਰਮਤੀ ਹੈਗੀ ਆ, ਕਿ ਉਹ ਬਿਲਕੁਲ ਧਰਮੀ ਨਹੀਂ ਹੈ? If there are two people, ਜੇ ਦੋ ਇਨਸਾਨ ਹੋਣ, both of them deserve punishment. ਦੋਨਾਂ ਨੂੰ ਸਜ਼ਾ, ਉਹ ਦੋਨੋਂ ਹੀ ਸਜ਼ਾ ਦੇ ਥੱਲੇ ਹੈ। They have committed a crime, they've murdered someone, and they're both due for execution. ਦੋਨੋਂ ਹੀ ਜਿਹੜੇ ਹੈ ਉਹਨਾਂ ਨੇ ਜੁਰਮ ਕੀਤਾ, ਖੂਨ ਕੀਤਾ, ਉਹਨਾਂ ਦੇ ਉੱਤੇ ਹੁਣ ਮੌਤ ਦੀ ਸਜ਼ਾ ਹੈ। But ਪਰ let's say if I decided ਮਿਸਾਲ ਦੇ ਤੌਰ ਤੇ ਮੈਂ ਸੋਚਿਆ that for one of those people, ਕਿ ਇੱਕ ਜਿਹੜਾ ਉਹਨਾਂ ਦੇ ਵਿੱਚੋਂ ਹੈ, I'm going to step in and take their punishment so they could be free. ਉਹ ਜਿਹੜੇ ਦੋ ਹੈ ਉਹਨਾਂ ਦੇ ਵਿੱਚੋਂ ਇੱਕ ਦੀ ਜਗ੍ਹਾ ਮੈਂ ਲੈ ਲਵਾਂ ਤੇ ਮੈਂ ਉਹਦੀ ਜਗ੍ਹਾ ਸਜ਼ਾ ਭੁਗਤਾਂ ਤੇ ਇੱਕ ਨੂੰ ਆਜ਼ਾਦ ਕਰ ਦੇਵਾਂ। That is my free choice. ਇਹ ਮੇਰੀ ਆਪਣੀ ਚੋਣ ਹੈ, ਮੈਂ ਫੈਸਲਾ ਕੀਤਾ ਹੈ। I have decided to be gracious and set them free. ਮੈਂ ਉਹਨਾਂ ਤੇ ਕਿਰਪਾਲੂ ਹੋਇਆ ਹੈਗਾ ਇੱਕ ਦੇ ਉੱਤੇ ਕਿ ਹਾਂ ਕਿ ਉਹਨੂੰ ਮੈਂ ਆਜ਼ਾਦ ਕਰਾਂ, ਮੈਂ ਉਹਦੀ ਸਜ਼ਾ ਆਪ ਆਪਣੇ ਉੱਤੇ ਲਵਾਂ। Is that fair? ਕੀ ਇਹ ਬੇਇਨਸਾਫ ਹੈ? That's up to me, isn't it? ਇਹ ਤਾਂ ਮੇਰੀ ਗੱਲ ਆ ਨਾ। The other person gets what they deserve. ਜਿਹੜਾ ਦੂਸਰਾ ਇਨਸਾਨ ਹੈਗਾ ਆ, ਜਿਹੜੀ ਉਹਦੀ ਸਜ਼ਾ ਹੈਗੀ ਉਹ ਤਾਂ ਸਹੀ ਹੈਗੀ, ਉਹ It's ਤੇ not ਲੱਗੀ been ਹੋਈ। unfair. They just get what they deserve. ਉਹ ਜਿਹੜੇ ਦੋਨੇ ਹੀ ਸੀਗੇ ਉਹਨਾਂ ਨੂੰ ਮੌਤ ਦੀ ਸਜ਼ਾ ਸੀਗੀ ਕਿਉਂਕਿ ਉਹਨਾਂ ਨੇ ਜੁਰਮ ਕੀਤਾ ਸੀ, ਖੂਨ ਕੀਤਾ ਸੀ। Brother, sister, ਭੈਣੋ ਤੇ ਭਰਾਵੋ, are you a born again Christian? ਕੀ ਤੁਸੀਂ ਨਵਾਂ ਜਨਮ ਪਾਏ ਹੋਏ ਵਿਸ਼ਵਾਸੀ ਹੋ ਅੱਜ ਸਵੇਰੇ? If you have repented and come to Christ, ਜੇ ਤੁਸੀਂ ਤੌਬਾ ਕੀਤੀ ਹੈ, ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਏ ਹੋ, let me tell you something. ਮੈਂ ਤੁਹਾਨੂੰ ਕੁਝ ਦੱਸਦਾ। Out of all the people in the world, ਸਾਰੀ ਦੁਨੀਆ ਦੇ ਲੋਕਾਂ ਦੇ ਵਿੱਚੋਂ God in eternity
chose you. ਸਾਰੀ ਦੁਨੀਆ ਦੇ ਲੋਕਾਂ ਦੇ ਵਿੱਚੋਂ ਅਨੰਤ ਕਾਲ ਦੇ ਵਿੱਚ ਪਰਮੇਸ਼ਵਰ ਨੇ ਤੈਨੂੰ ਇਕੱਲੇ ਨੂੰ ਚੁਣਿਆ ਹੈ। Not because you deserve it. ਇਹ ਨਹੀਂ ਕਿ ਤੁਸੀਂ ਉਹਦੇ ਹੱਕਦਾਰ ਸੀਗੇ ਕਿ ਤੁਹਾਨੂੰ Not ਚੁਣੇ। because you are any better than anyone else. ਇਹ ਨਹੀਂ ਹੈ ਕਿ ਦੂਸਰੇ ਨਾਲ ਤੁਸੀਂ ਬਿਹਤਰ ਸੀਗੇ ਇਸ ਕਰਕੇ ਚੁਣਿਆ। It's because God set his heart on you. ਪਰਮੇਸ਼ਵਰ ਨੇ ਆਪਣਾ ਦਿਲ ਤੁਹਾਡੇ ਉੱਤੇ ਲਾ ਦਿੱਤਾ ਕਿ ਉਹ ਤੈਨੂੰ ਬਚਾਵੇ। For some reason in himself. ਉਹਦੇ ਵਿੱਚ ਹੀ ਹੈ ਜਿਹਦਾ ਕਾਰਨ ਹੈ ਕਿ ਤੇਰੇ ਉੱਤੇ ਉਹਨੇ ਦਇਆ ਕੀਤੀ, ਤੈਨੂੰ ਬਚਾਇਆ, And he ਚੁਣਿਆ। sent Jesus in the world to specifically die for you. ਪਰਮੇਸ਼ਵਰ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਖਾਸ ਕਰਕੇ ਤੇਰੇ ਵਾਸਤੇ ਉਹਨੂੰ ਭੇਜਿਆ ਕਿ ਉਹ ਤੇਰੇ ਵਾਸਤੇ ਮਰ ਜਾਵੇ। What an honor it is to be a Christian. ਕਿੱਡਾ ਵੱਡਾ ਆਦਰ ਪਰਮੇਸ਼ਵਰ ਵੱਲੋਂ ਹੈ ਵਿਸ਼ਵਾਸੀ ਬਣਨਾ। What a privilege. ਕਿੱਡਾ ਵੱਡਾ ਆਦਰ ਹੈ। God says to you this morning, ਪਰਮੇਸ਼ਵਰ ਅੱਜ ਸਵੇਰੇ ਤੁਹਾਨੂੰ ਇਹ ਕਹਿ ਰਿਹਾ ਹੈ, I have loved you. ਮੈਂ ਤੁਹਾਨੂੰ ਪਿਆਰ ਕੀਤਾ। When you are feeling down and discouraged, ਜਿਸ ਵੇਲੇ ਅਸੀਂ ਨਿਰਾਸ਼ ਹੁੰਦੇ ਹਾਂ ਤੇ ਅਸੀਂ ਮੂੰਹ ਲੰਮਾ ਕਰਕੇ ਬੈਠ ਜਾਂਦੇ ਹਾਂ, when we're discouraged, ਬਹੁਤ ਨਿਰਾਸ਼ ਹੋ ਜਾਂਦੇ ਹਾਂ, when you feel sorry for yourself, ਅਸੀਂ ਆਪਣੇ ਉੱਤੇ ਤਰਸ ਖਾਣ ਲੱਗ ਪੈਂਦੇ ਹਾਂ, ਹਾਏ ਮੈਂ ਵਿਚਾਰਾ। and like Israel, you say, God, how have you loved me? ਜਿਸ ਤਰ੍ਹਾਂ ਲੋਕੀ ਇਹ ਇਜ਼ਰਾਈਲੀ ਲੋਕ ਕਹਿੰਦੇ ਸੀਗੇ ਕਿ ਹਾਂ ਕਿ ਪਰਮੇਸ਼ਵਰ ਤੂੰ ਕਿਸ ਤਰ੍ਹਾਂ ਮੈਨੂੰ ਪਿਆਰ ਕੀਤਾ ਹੈ। God replies this. ਪਰਮੇਸ਼ਵਰ ਇਹ ਤੁਹਾਨੂੰ ਮੋਰੇ ਜਵਾਬ ਦਿੰਦਾ, I have demonstrated my love to you in that while you were sinners, my son Jesus died for you. ਪਰਮੇਸ਼ਵਰ ਕਹਿੰਦਾ ਕਿ ਹਾਂ ਕਿ ਜਿਸ ਵੇਲੇ ਤੁਸੀਂ ਆਪਣੇ ਪਾਪਾਂ ਦੇ ਵਿੱਚ ਹੀ ਸੀ, ਉਹ ਤੁਸੀਂ ਮੇਰੇ ਦੁਸ਼ਮਣ ਸੀ, ਉਸ ਵੇਲੇ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਹੋ ਕੇ ਮੈਂ ਤੁਹਾਨੂੰ ਪਿਆਰ ਦਿਖਾ ਲਿਆ। And if in life you have nothing else and everything is falling apart, ਜੀਵਨ ਦੇ ਵਿੱਚ ਭਾਵੇਂ ਸਾਡੇ ਆਲੇ ਦੁਆਲੇ ਸਭ ਕੁਝ ਬਰਬਾਦ ਹੋ ਹੀ ਜਾ ਰਿਹਾ ਹੈ, you have this, ਪਰ ਤੁਹਾਡੇ ਕੋਲ ਇੱਕ ਹੈ, that God loves you. ਉਹ ਹੈ ਕਿ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ। God has chosen you ਪਰਮੇਸ਼ਵਰ ਨੇ ਤੁਹਾਨੂੰ ਚੁਣਿਆ। before the foundation of the world. ਦੁਨੀਆ ਦੀ ਨੀਂਹ ਧਰਨ ਤੋਂ ਪਹਿਲਾਂ ਤੈਨੂੰ ਚੁਣਿਆ। So firstly, there's this message of love. ਪਹਿਲਾ ਪੈਗਾਮ ਹੈਗਾ ਪਿਆਰ ਦਾ। Secondly, there's a message of rebuke. ਫਿਰ ਦੂਸਰਾ ਹੈਗਾ ਜਿਹੜੀ ਤਾੜਨਾ। We like to hear about love, don't we? ਅਸੀਂ ਪਿਆਰ ਦੇ ਬਾਰੇ ਤਾਂ ਬਹੁਤ ਸੁਣਨਾ ਚਾਹੁੰਦੇ ਹਾਂ, But we don't like to be rebuked. ਜਿਹੜੀ ਤਾੜਨਾ ਹੈਗੀ ਆ ਅਸੀਂ ਪਸੰਦ ਨਹੀਂ ਕਰਦੇ, ਨਾ ਉਹਦੇ ਬਾਰੇ ਸੁਣਨਾ ਚਾਹੁੰਦੇ ਹਾਂ, ਨਾ ਅਸੀਂ ਤਾੜਨਾ ਪਸੰਦ ਕਰਦੇ। And you know, the sign of maturity as a believer ਵਿਸ਼ਵਾਸੀ ਹੁੰਦੇ ਹੋਏ ਉਹਦਾ ਨਿਸ਼ਾਨ ਇਹ ਆ, is someone who's able to take rebuke. ਉਹਦੇ ਵਿੱਚ ਨਿਸ਼ਾਨ ਇਹ ਆ ਕਿ ਵੱਡਾ ਮਜ਼ਬੂਤ ਵਿਸ਼ਵਾਸੀ ਆ ਕਿ ਜਿਹੜਾ ਤਾੜਨਾ ਨੂੰ ਸਹਿ ਲੈਂਦਾ And make adjustments in their lives. ਫਿਰ ਉਹ ਤਾੜਨਾ ਨੂੰ ਲੈ ਕੇ ਆਪਣੇ ਜੀਵਨ ਨੂੰ ਬਦਲਦਾ। So what does he rebuke them for? ਉਹਨੇ ਪਰਮੇਸ਼ਵਰ ਨੇ ਕਿਉਂ ਉਹਨਾਂ ਨੂੰ Now, ਤਾੜਿਆ? there are a number of things listed here. ਕਈ ਗੱਲਾਂ ਲਿਖੀਆਂ ਹੋਈਆਂ ਇੱਥੇ। First of all, he rebukes them for unacceptable sacrifices. ਪਹਿਲੀ ਗੱਲ ਉਹ ਉਹਨਾਂ ਨੂੰ ਤਾੜਦਾ ਹੈਗਾ ਪਰਮੇਸ਼ਵਰ ਕਿ ਹਾਂ ਕਿ ਜਿਹੜੀ ਨਾ ਕਬੂਲ ਕੀਤੀਆਂ ਕਰਨ ਦੇ ਯੋਗ ਜਿਹੜੀਆਂ ਉਹਨਾਂ ਕੁਰਬਾਨੀਆਂ ਚੜਾਈਆਂ Chapter ਸੀ। 1, verse 6 through to 14. ਪਹਿਲਾ ਅਧਿਆਇ ਮਲਾਕੀ ਦਾ 6 ਤੋਂ 14 ਤਾਈਂ। So the temple was built. ਮੰਦਰ ਜਿਹੜਾ ਹੈਕਲ ਸੀ ਉਹ ਬਣ ਚੁੱਕੀ ਹੈ। The Jews were required to bring sacrifices as an act of worship, ਯਹੂਦੀਆਂ- and they were to be without blemish. ਯਹੂਦੀਆਂ ਨੂੰ ਇਹ ਹੁਕਮ ਸੀਗਾ ਕਿ ਹਾਂ ਕਿ ਉਹ ਕੁਰਬਾਨੀ ਲੈ ਕੇ ਆਉਣ, ਉਹਨਾਂ ਦੇ ਵਿੱਚ ਕੋਈ ਦਾਗ ਨਹੀਂ ਹੋਣਾ ਚਾਹੀਦਾ। This one we know symbolized obviously the coming of Christ, who would be without blemish. ਇਹ ਜਿਹੜੀਆਂ ਕੁਰਬਾਨੀਆਂ ਸੀਗੀਆਂ ਕਿ ਇਹ ਪ੍ਰਭੂ ਯੀਸ਼ੂ ਮਸੀਹ ਵੱਲ ਨਿਸ਼ਾਨਾ ਲਿਆਉਂਦੀਆਂ ਸੀਗੀਆਂ ਕਿ ਬੇਦਾਗ ਇੱਕ ਆਊਗਾ। But what were the Jews doing in Malachi's day? ਮਲਾਕੀ ਦੇ ਦਿਨਾਂ ਦੇ ਵਿੱਚ ਇਜ਼ਰਾਈਲ ਕੌਮ ਕੀ ਕਰ ਰਹੀ ਸੀ? They were taking animals to the altar that were defiled. ਇਜ਼ਰਾਈਲ ਕੌਮ ਕੀ ਕਰ ਰਹੀ ਸੀਗੀ? ਇਹ ਲੋਕੀ ਜਿਹੜੀ ਜਾਨਵਰ ਸੀਗੇ ਜਿਨ੍ਹਾਂ ਦੇ ਵਿੱਚ ਦਾਗ ਲੱਗੇ ਹੋਏ ਸੀਗੇ, ਥੱਬੇ ਲੱਗੇ ਹੋਏ ਸੀਗੇ, ਜਿਹੜੀਆਂ ਨਹੀਂ ਕੁਰਬਾਨੀਆਂ ਚਾਹੀਦੀਆਂ ਸੀ ਕਰਨੀਆਂ, ਉਹ ਕਰਦੇ ਸੀ। Chapter 1 verse 7 says that. ਸਭ ਪਹਿਲਾ ਅਧਿਆਇ 7ਵੀਂ ਦੱਸਦੀ And ਆ। they question, in what way have we defiled you? ਤੇ ਉਹ ਕਹਿੰਦੇ ਆ ਕਿ ਅਸੀਂ ਕਿਸ ਤਰ੍ਹਾਂ ਤੇਰੀਆਂ ਕੁਰਬਾਨੀਆਂ ਨੂੰ ਭ੍ਰਿਸ਼ਟ ਕੀਤਾ। Animals had defects. ਜਿਹੜੇ ਜਾਨਵਰ ਸੀਗੇ ਉਹਨਾਂ ਦੇ ਵਿੱਚ ਦਾਗ ਲੱਗੇ ਹੋਏ ਸੀਗੇ। Verse 8 tells us that they were diseased, they were blind. Verse 13 tells us ਤੇ 8ਵੀਂ ਅਤੇ 13 ਤੇ ਦੱਸਦੇ ਹੈਗੇ ਕਿ ਜਿਹੜੇ ਜਾਨਵਰ ਸੀਗੇ ਉਹ ਅੰਨੇ ਸੀਗੇ, ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਸੀਗੀਆਂ। 13 tells us they were stolen, they were lame, they were sick. These are the things they were offering to God. 13ਵੀਂ ਅਧ ਵਿੱਚ ਵੀ ਇਹੀ ਦੱਸਿਆ ਗਿਆ ਕਿ ਹਾਂ ਕਿ ਉਹ ਸਹੀ ਨਹੀਂ ਸੀਗੇ, ਜਾਨਵਰ ਬਿਮਾਰ ਸੀਗੇ, ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਸੀ।
And in verse 8, ਅੱਠਵੀਂ God ਆਇਤ ਦੇ ਵਿੱਚ। says, when you offer the lame and the sick, ਜਿਸ ਵੇਲੇ ਤੁਸੀਂ ਬਿਮਾਰਾਂ ਨੂੰ ਜਿਹੜੀਆਂ ਲੰਗੜੀਆਂ ਹੈਗੀਆਂ ਆ ਭੇਡਾਂ ਉਹ ਲਿਆ ਕੇ is ਚੜਾਉਂਦੇ it ਹੋ not evil? Would you offer them to your leader? Would you offer them to the governor? ਕਿ ਉਹ ਬੁਰਾਈ ਦੀਆਂ ਵਾਲੀਆਂ ਨਹੀਂ ਕੁਰਬਾਨੀਆਂ ਹੈਗੀਆਂ ਕਿ ਜਿਹੜੇ ਤੁਹਾਡੇ ਆਗੂਏ ਹੈਗੇ ਆ ਜਿਹੜੇ ਤੁਹਾਡੇ ਮੋਹਰੀ ਹੈਗੇ ਕਿ ਜੇ ਤੁਸੀਂ ਉਹਨਾਂ ਨੂੰ ਚੜਾਵੇ ਕਿ ਉਹ ਪਸੰਦ Would ਕਰਨਗੇ they be pleased? ਕਿ ਉਹ ਪ੍ਰਸੰਨ ਹੋਣਗੇ ਇਸ I ਕੁਰਬਾਨੀਆਂ ਤੋਂ mean, these may have been meat offerings that were smelling and had maggots in. ਹੋ ਸਕਦਾ ਕਿ ਇਹ ਇਹੋ ਜਿਹੇ ਕੁਰਬਾਨੀਆਂ ਉਹ ਚੜਾਉਂਦੇ ਹੋਣ ਜਿਹੜਾ ਮਾਸ ਸੀਗਾ ਗੋਸ਼ਤ ਸੀਗਾ ਉਹਦੇ ਵਿੱਚ ਸੁੰਡੀਆਂ ਪਈਆਂ ਹੋਣ They would never offer ਬਦਬੂ them ਆਉਂਦੀ to ਹੋਵੇ। the governor of the land. ਉਹ ਗਵਰਨਰ ਨੂੰ ਜਿਹੜੇ ਉਸ ਜਗ੍ਹਾ ਦਾ ਗਵਰਨਰ ਸੀਗਾ ਉਹਨੂੰ ਵੀ ਨਹੀਂ ਉਹ ਦੇ ਸਕਦੇ But they were offering them to God. ਪਰ ਇਹੋ ਜਿਹੀਆਂ ਕੁਰਬਾਨੀਆਂ ਪਰਮੇਸ਼ਰ ਦੇ ਅੱਗੇ ਚੜਾ ਰਹੇ ਸੀ And God says in chapter 2 and verse 14, ਦੂਸਰਾ ਅਧਿਆਇ 14ਵੀਂ ਚ ਪਰਮੇਸ਼ਰ ਕਹਿੰਦਾ I am the king. ਮੈਂ ਰਾਜਾ ਹਾਂ My name is to be feared amongst the nations at the end of the verse. ਆਖਰ 14ਵੀਂ ਦੇ ਆਖਰ ਦੇ ਵਿੱਚ ਲਿਖਿਆ ਕਿ ਹਾਂ ਕਿ ਮੈਂ ਰਾਜਾ ਹਾਂ ਮੇਰਾ ਕੌਮਾਂ ਦੇ ਵਿੱਚ ਨਾਮ ਦੀ ਆਦਰ ਹੋਣਾ I am ਚਾਹੀਦਾ to be respected more than the governor. ਜਿਹੜਾ ਕਿ ਉਹ ਇਨਸਾਨੀ ਗਵਰਨਰ ਹੈਗਾ ਉਹਦੇ ਨਾਲੋਂ ਮੇਰਾ ਜ਼ਿਆਦਾ ਆਦਰ ਹੋਣਾ ਚਾਹੀਦਾ Do we respect God? ਕੀ ਅਸੀਂ ਪਰਮੇਸ਼ਰ ਦੇ ਆਦਰ ਕਰਦੇ ਹੋ Do we have a healthy fear of God? ਕੀ ਸਾਡੇ ਕੋਲ ਜਿਹੜਾ ਡਰ ਹੈਗਾ ਆ ਅੱਛਾ ਡਰ ਹੈਗਾ ਜਾਂ ਪਰਮੇਸ਼ਰ ਦਾ ਭੈ ਜਿਹੜਾ ਸਾਡੇ 'ਚ ਹੈ Do we give God the best of our sacrifices, or do we give him blemished sacrifices? ਕਿ ਸਾਡੇ ਜੀਵਨ ਦੇ ਵਿੱਚ ਅਸੀਂ ਪਰਮੇਸ਼ਵਰ ਨੂੰ ਜਿਹੜੀਆਂ ਕੁਰਬਾਨੀਆਂ ਕਬੂਲ ਕਰਨ ਵਾਲੀਆਂ ਹੈਗੀਆਂ ਪਰਮੇਸ਼ਰ ਦੇ ਅੱਛੀਆਂ ਹੈਗੀਆਂ ਕਿ ਅਸੀਂ ਉਹ ਕਰਦੇ ਹਾਂ ਜਾਂ ਕਿ ਜਿਨ੍ਹਾਂ ਨੂੰ ਦਾਗ ਲੱਗਾ ਹੈ ਉਹ ਕਰਦੇ ਹਾਂ You know, I said last week we give God the scraps, don't we, the leftovers. ਪਿਛਲੇ ਹਫ਼ਤੇ ਇਹ ਕਿਹਾ ਸੀਗਾ ਕਿ ਹਾਂ ਕਿ ਜਿਹੜੇ ਬਚੀਆਂ ਖੁਚੀਆਂ ਚੀਜ਼ਾਂ ਅਸੀਂ ਪਰਮੇਸ਼ਰ ਨੂੰ ਉਹ ਦਿੰਦੇ ਹਾਂ You know, we spend a lot of time and energy on other things. We give the best of our time to other things. When it comes to God, if there's a little bit of time, or I'm really tired, you know, we give him the scraps, don't we? ਜਿਸ ਵੇਲੇ ਆਪਣੀ ਗੱਲ ਹੁੰਦੀ ਆ ਅਸੀਂ ਆਪਣੇ ਲਈ ਤਾਂ ਬਹੁਤ ਸੋਹਣੀਆਂ ਚੀਜ਼ਾਂ ਕਰਦੇ ਹਾਂ ਬਹੁਤ ਆਪਣੇ ਵਾਸਤੇ ਸੋਚਦੇ ਹੈਗੇ ਆ ਅਸੀਂ ਸੋਹਣੀਆਂ ਚੀਜ਼ਾਂ ਕਰੀ ਜਿਸ ਵੇਲੇ ਪਰਮੇਸ਼ਰ ਦਾ ਕੰਮ ਹੁੰਦਾ ਸਮੇਂ ਦੀ ਗੱਲ ਹੁੰਦੀ ਆ ਉਹ ਮੈਂ ਥੱਕਿਆ ਨਹੀਂ ਜਾਣਾ ਹੈਗਾ ਜੋ ਬਚਿਆ ਖੁਚਿਆ ਹੁੰਦਾ ਅਸੀਂ ਉਹ ਪਰਮੇਸ਼ਰ ਦੇ ਅੱਗੇ ਆ Have we ਕੇ forgotten who God is? ਕੀ ਅਸੀਂ ਭੁੱਲ ਗਏ ਕਿ ਪਰਮੇਸ਼ਰ ਕੌਣ ਹੈ He is King. He is Lord. ਉਹ ਰਾਜਾ ਹੈ ਉਹ ਪ੍ਰਭੂ ਹੈ He is to be respected. He is to be honored. ਹਾਂ ਜ਼ਰੂਰ ਆ ਕਿ ਉਹਦਾ ਆਦਰ ਮਾਨ ਕੀਤਾ ਜਾਵੇ And even through our struggles, we are not to give him blemished sacrifices, but sacrifices that are ਜ਼ਰੂਰ ਹੈ ਕਿ ਭਾਵੇਂ ਅਸੀਂ ਕਿੰਨੀਆਂ ਵੱਡੀਆਂ ਮੁਸ਼ਕਲਾਂ ਦੇ ਵਿੱਚ ਵੀ ਜਾਈਏ ਪਰ ਫਿਰ ਵੀ ਹੈ ਅਸੀਂ ਉਹਦੇ ਅੱਗੇ ਇਹੋ ਜਿਹੀਆਂ ਕੁਰਬਾਨੀਆਂ ਚੜਾਈਏ ਜਿਹੜੀਆਂ ਕਬੂਲ ਕੀਤੀਆਂ ਜਾਣ ਇਹ ਨਾ ਹੋਵੇ ਕਿ ਬਚਿਆ ਖੁਚਿਆ ਦਈਏ Secondly, he rebukes them he rebukes the deficient spiritual leaders. ਉਹ ਫਿਰ ਦੂਸਰੀ ਗੱਲ ਨੂੰ ਤਾੜਦਾ ਹੈਗਾ ਕਿ ਹਾਂ ਕਿ ਜਿਹੜੇ ਆਗੂ ਹੈਗੇ ਆ ਉਹਨਾਂ ਦੇ ਵਿੱਚ ਨੁਕਸ ਹੈਗੇ These are the corrupt priests, chapter 2, verse 1 to 9. ਦੂਸਰਾ ਅਧਿਆਇ 9 ਆਇਤ ਤੱਕ ਅਸੀਂ ਦੇਖਦੇ ਹਾਂ ਕਿ ਉਹ ਸੀਗੇ ਜਿਹੜੇ ਕਿ ਰਿਸ਼ਵਤਖੋਰ ਸੀਗੇ It was the priests who were offering these blemished sacrifices on the altar. ਇਹ ਜਾਜਕ ਸੀਗੇ ਜਿਹੜੇ ਕਿ ਰਿਸ਼ਵਤਖੋਰ ਸੀਗੇ ਉਹ ਹੀ ਇਹ ਜਿਹੜੇ ਦਾਗ ਲੱਗੇ ਹੋਏ ਕੁਰਬਾਨੀਆਂ ਸੀਗੀਆਂ ਉਹ ਚੜਾ ਰਹੇ ਸੀ Chapter 2, verse 7, he says, look, it says that the lips of the priest should keep knowledge. ਤੇ ਜਿਹੜੇ ਜਾਜਕ ਸੀਗੇ ਉਹਨਾਂ ਦੇ ਕੋਲ ਗਿਆਨ ਹੋਣਾ ਚਾਹੀਦਾ ਕਿ ਕਿਹੋ ਜਿਹੀਆਂ ਕੁਰਬਾਨੀਆਂ People ਚੜਾਉਣ should come to them and seek God's law. ਹਾਂ ਜ਼ਰੂਰ ਆ ਕਿ ਲੋਕੀ ਇਹ ਜਾਜਕਾਂ ਦੇ ਕੋਲ ਆਉਣ ਤੇ ਜਿਹੜੀ ਸ਼ਰ੍ਹਾ ਹੈਗੀ ਆ ਉਹਦੇ ਬਾਰੇ ਉਹ ਪੁੱਛਗਿੱਛ ਕਰਨ They are God's messengers. ਉਹ ਪਰਮੇਸ਼ਵਰ ਦੇ ਪੈਗਾਮ ਲੈ ਕੇ ਜਾਣ ਵਾਲੇ ਲੋਕ But in verse 8 it tells us, 8ਵੀਂ ਆਇਤ ਸਾਨੂੰ ਦੱਸਦੀ but ਹੈ they have departed from the way, ਉਹ ਜਿਹੜਾ ਰਾਹ ਹੈਗਾ ਪਰਮੇਸ਼ਵਰ ਦੇ ਉੱਤੇ ਚੱਲਣ ਦਾ ਉਹ ਤੋਂ ਉਹ ਭਟਕ ਗਏ ਆ and they cause people to stumble. They've corrupted the covenant of Levi, the law. ਉਹ ਆਪ ਧੋਖੇਬਾਜ਼ ਹੈਗੇ ਆ ਰਿਸ਼ਵਤਖੋਰ ਹੈਗੇ ਉਹਨਾਂ ਲੋਕਾਂ ਨੂੰ ਵੀ ਭੜਕਾ ਦਿੱਤਾ ਜਿਸ ਰਾਹ ਤੇ ਚੱਲਣਾ ਚਾਹੀਦਾ ਸ਼ਰ੍ਹਾ ਤੇ ਚੱਲਣਾ ਚਾਹੀਦਾ ਉਹ ਤੇ ਵੀ ਉਹ ਚੱਲਣ ਤੇ ਰੁਕਾਵਟ ਬਣਦੇ ਆ These spiritual leaders were not teaching God's law to the people, and they were certainly not living it out. ਇਹ ਜਿਹੜੇ ਆਤਮਿਕ ਤੌਰ ਤੇ ਆਗੂਏ ਬਣੇ ਹੋਏ ਸੀਗੇ ਉਹ ਆਪ ਦਾ ਜੀਵਨ ਨਹੀਂ ਸੀ ਗੁਜ਼ਾਰਦੇ ਜਿਸ ਤਰ੍ਹਾਂ ਉਹਨਾਂ ਨੂੰ ਗੁਜ਼ਾਰਨਾ ਚਾਹੀਦਾ ਸ਼ਰ੍ਹਾ ਦੇ ਮੁਤਾਬਕ ਉਹ ਲੋਕਾਂ ਨੂੰ ਵੀ ਨਹੀਂ ਸੀ ਸਿਖਾਉਂਦੇ ਵੀ ਕਿਸ ਤਰ੍ਹਾਂ In the ਚੱਲਣਾ New Testament there are no priests, ਨਵੇਂ ਨਿਯਮ ਦੇ ਵਿੱਚ ਕੋਈ ਜਾਜਕ ਹੈ ਨਹੀਂ there are no altars, there are no animal sacrifices. ਕੋਈ ਜਗਵੇਦੀਆਂ ਨਹੀਂ ਹੈਗੀਆਂ ਕੋਈ ਜਾਨਵਰ ਚੜਾਇਆ ਨਹੀਂ ਜਾਂਦਾ In the New Testament there are elders and there are pastors and preachers. ਨਵੇਂ ਨਿਯਮ ਦੇ ਵਿੱਚ ਪਾਸਵਾਨ ਹੈਗੇ ਆ ਆਗੂਏ ਹੈਗੇ ਆ ਡੀਕਨਸ ਹੈਗੇ ਆ And even they can offer food that is defiled. ਉਹ ਵੀ ਲੋਕ ਜਿਹੜੇ ਹੈਗੇ ਆ ਆਗੂਏ ਜਿਹੜੇ ਹੈ ਉਹ ਵੀ ਪਰਮੇਸ਼ਰ ਦੇ ਅੱਗੇ ਇਹੋ ਜਿਹਾ ਖਾਣਾ ਚੜਾ ਸਕਦੇ ਆ ਜਿਹੜੇ ਕਿ
ਜਿਨ੍ਹਾਂ ਨੂੰ ਦਾਗ ਲੱਗਾ ਹੋਇਆ। give people corrupt teaching. ਇਹਦਾ ਮਤਲਬ ਹੈ ਕਿ ਉਹ ਜਿਹੜੀ ਸਿੱਖਿਆ ਹੈਗੀ ਆ, ਉਹ ਸਹੀ ਨਹੀਂ ਸਿੱਖਿਆ ਦੇ ਰਹੇ ਹੈਗੇ, ਉਹਦੇ ਵਿੱਚ ਵੀ ਮਿਲਾਵਟ ਹੈ। In 1996, 1996 ਦੇ ਵਿੱਚ Billy Graham addressed more than 1,200 Christian leaders. ਵਿਸ਼ਵਾਸੀ ਲੋਕ ਜਿਹੜੇ ਸੀਗੇ, ਬਿਲੀ ਗ੍ਰੈਮ ਨੇ 1200 ਲੋਕਾਂ ਨੂੰ ਜਿਹੜੇ ਆਗੂਏ ਸੀਗੇ ਉਹਨਾਂ ਦੇ ਨਾਲ ਪ੍ਰਚਾਰ ਕੀਤਾ, ਉਹਨਾਂ ਦੀ ਗੱਲ From ਕੀਤੀ 100 countries. 100 ਮੁਲਕਾਂ ਦੇ ਵਿੱਚੋਂ। The theme of his address was stains on the altar. ਉਸ ਜਿਹੜੇ ਉਹਨੇ ਪੈਗਾਮ ਕੀਤਾ ਸੀ, ਉਹਦਾ ਮਜ਼ਮੂਨ ਇਹ ਸੀਗਾ ਕਿ ਆਲਟਰ ਦੇ ਉੱਤੇ, ਜਗਵੇਦੀ ਦੇ ਉੱਤੇ ਜਿਹੜਾ ਦਾਗ ਲੱਗਾ ਹੋਇਆ। And he said many of the leaders who were outstanding leaders in the eyes of the Christian world, ਜਿਹੜੀ ਵਿਸ਼ਵਾਸੀ ਦੁਨੀਆ ਆ, ਉਹਨਾਂ ਲੋਕਾਂ ਦੇ ਵਿੱਚ ਜਿਹੜੇ ਆਗੂਏ ਸੀਗੇ ਤਾਂ ਉਹ ਬਹੁਤ ਚੰਗੇ ਸੀ। he said, you've been offering God defiled sacrifices. ਪਰ ਉਹਨੇ ਇਹ ਕਿਹਾ ਉਹਨਾਂ ਲੋਕਾਂ ਦੇ ਬਾਰੇ ਕਿ ਹਾਂ, ਕਿ ਇਹੋ ਜਿਹੇ ਲੋਕ ਹੈਗੇ ਆ ਕਿ ਜਿਹੜੇ ਕਿ ਅੱਗੇ ਪਰਮੇਸ਼ਰ ਦੇ ਆ ਕੇ ਜਿਨ੍ਹਾਂ ਨੂੰ ਦਾਗ ਲੱਗਾ ਹੋਇਆ ਕੁਰਬਾਨੀਆਂ ਨੂੰ ਉਹ ਚੜਾਉਂਦੇ ਹਨ। In the area of your devotional lives. ਇਹਦਾ ਮਤਲਬ ਹੈ ਕਿ ਜਿਹੜਾ ਉਹਨਾਂ ਦਾ ਆਪਣਾ ਭਗਤੀ ਦਾ ਜੀਵਨ ਹੈ ਉਹਦੇ ਵਿੱਚ। In other words, they have no devotional life. ਇਹਦਾ ਮਤਲਬ ਇਹ ਆ ਕਿ ਉਹ ਆਪ ਭਗਤੀ ਦੇ ਵਿੱਚ ਪਰਮੇਸ਼ਰ ਦੇ ਨਾਲ ਸਮਾਂ ਨਹੀਂ ਸੀ ਗੁਜ਼ਾਰਦੇ। Pray, have a relationship with God, spend time in His Word. And yet they are leaders because of their gifts and abilities and preaching ability. ਪਰ ਉਹਨਾਂ ਦੇ ਵਿੱਚ ਇਹ ਲਿਆਕਤ ਹੈ ਕਿ ਉਹ ਪਰਮੇਸ਼ਰ ਦਾ ਵਚਨ ਸੁਣਾ ਸਕਦੇ ਆ, ਲੋਕਾਂ ਨੂੰ ਸਿਖਾ ਸਕਦੇ ਆ, ਸਿੱਖਿਆ ਦੇ ਸਕਦੇ ਆ, ਪਰ ਉਹ ਆਪ ਵਚਨ ਦੇ ਵਿੱਚ ਸਮਾਂ ਨਹੀਂ ਗੁਜ਼ਾਰਦੇ, ਪ੍ਰਾਰਥਨਾ ਦੇ ਵਿੱਚ ਸਮਾਂ ਨਹੀਂ ਗੁਜ਼ਾਰਦੇ, ਪਰ ਆਗੂਏ ਬਣ ਕੇ ਉਹ ਲੋਕਾਂ ਨੂੰ ਸਿੱਖਿਆ ਦਿੰਦੇ ਆ ਜਿੱਦਾਂ ਉਹਨਾਂ ਦਿਮਾਗ 'ਚ ਆਉਂਦੀ ਹੈ। Saying you're offering stained sacrifices on the altar in the area of your living. There's double standards. ਉਹ ਜਿਹੜਾ ਜੀਵਨ ਵੀ ਗੁਜ਼ਾਰਦੇ ਹੈਗੇ ਆ ਆਗੂਏ ਹੋ ਕੇ ਵਿਸ਼ਵਾਸੀ ਬਣ ਕੇ, ਹਾਂ ਕਿ ਉਹਦੇ ਵਿੱਚ ਵੀ ਕਹਿੰਦਾ ਕਿ ਹਾਂ ਕਿ ਤੁਹਾਡਾ ਦੋਗਲਾ ਜੀਵਨ ਹੈ, ਦੋ ਤਰ੍ਹਾਂ ਦਾ ਜੀਵਨ ਹੈ ਤੁਹਾਡਾ। You tell people what to do but you don't do it yourself. ਉਹ ਇੱਕ ਹੈਗਾ ਕਿ ਹਾਂ ਕਿ ਲੋਕਾਂ ਨੂੰ ਤੁਸੀਂ ਕਹਿੰਦੇ ਤੇ ਹੈਗੇ, ਸਿਖਾਲਦੇ ਆ ਕਿ ਤੁਸੀਂ ਸਾਨੂੰ ਆਹ ਕਰਨਾ ਚਾਹੀਦਾ, ਪਰ ਤੁਸੀਂ ਆਪ ਤਾਂ ਉਹ ਕਰਦੇ ਨਹੀਂ। Others offer watered down messages. ਤੇ ਕਈ ਹੈਗੇ ਆ ਜਿਹੜੇ ਪੈਗਾਮ ਜਿਹੜਾ ਹੈਗਾ ਮਿਲਾਵਟ ਦੇ ਵਿੱਚ ਪਾਣੀ ਦੇ ਨਾਲ ਪਤਲਾ ਕਰਕੇ ਦਿੱਤਾ ਜਾਂਦਾ। Others don't emphasize evangelism. ਕਿਉਂ ਕਈ ਕਹਿੰਦੇ ਆ ਕਿ ਹਾਂ ਕਿ ਜਿਹੜੀ ਮਨਾਦੀ ਕਰਨੀ ਹੈ ਉਹਦੇ ਤੋਂ ਬਾਹਲਾ ਜ਼ਿਕਰ ਨਹੀਂ ਕਰਦੇ। And they speak as if everybody's saved and there is no eternal hell. ਤੇ ਉਹ ਕਹਿੰਦੇ ਆ ਕਿ ਹਾਂ ਕਿ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਆ ਕਿ ਸਾਰੇ ਬਚਾਏ ਹੈਗੇ ਆ ਤੇ ਨਰਕ ਹੈ ਹੀ ਨਹੀਂ। It's easy, isn't it, to be like this? ਇਸੇ ਤਰ੍ਹਾਂ ਹੋਣਾ ਆਸਾਨ ਹੈ। To have stains on our altars. ਸਾਡੀਆਂ ਜਗਵੇਦੀਆਂ ਦੇ ਉੱਤੇ ਦਾਗ ਲੱਗੇ ਹੋਏ ਆ। Chapter 2 verse 5 through to 7 ਦੂਸਰਾ ਅਧਿਆਇ 5 ਤੋਂ 7 ਆਇਤ explains what a true leader should be like. ਕਿਹੋ ਜਿਹੇ ਜਿਹੜੇ ਅੱਛੇ ਆਗੂ ਹੈ ਹੋਣਾ ਚਾਹੀਦਾ। They should have reverence for God. ਪਰਮੇਸ਼ਰ ਦਾ ਭੈ ਹੋਣਾ ਚਾਹੀਦਾ। Verse 5 at the end says that. ਪੰਜਵੀਂ ਆਖਰ ਦੇ ਵਿੱਚ ਲਿਖਿਆ ਹੈ ਅੱਜ ਵਿੱਚ। They should have the law of truth on their mouth. There should be injustice should not be found in him, and they should walk in peace. ਸ਼ਾਂਤੀ ਦੇ ਵਿੱਚ ਚੱਲਣਾ ਚਾਹੀਦਾ ਹੈਗਾ। ਪਰਮੇਸ਼ਰ ਦੇ ਵਚਨ ਦਾ ਪੈਗਾਮ ਉਹਨਾਂ ਦੇ ਬੁੱਲਾਂ ਦੇ ਉੱਤੇ ਹੋਣਾ ਚਾਹੀਦਾ। ਕੋਈ ਉਹਨਾਂ ਦੀ ਛਲ ਛਿੱਦਰ ਨਹੀਂ ਹੋਣੇ ਚਾਹੀਦੇ। Not just leaders, but every Christian should have. ਸਿਰਫ ਇਹ ਨਹੀਂ ਕਿ ਜਿਹੜੇ ਆਗੂ ਹੈਗੇ ਉਹ ਹੀ, ਪਰ ਹਰੇਕ ਵਿਸ਼ਵਾਸੀ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ। The next thing he rebukes them for is mixed marriages and divorce. ਤੇ ਤੀਸਰੀ ਗੱਲ ਜਿਹੜੀ ਉਹ ਗੱਲ ਕਰਦਾ ਹੈਗਾ ਕਿ ਹਾਂ ਕਿ ਜਿਹੜੇ ਕਿ ਸ਼ਾਦੀ ਦੂਸਰੀਆਂ ਗੈਰ ਕੌਮਾਂ ਦੇ ਨਾਲ ਕਰਨਾ ਤੇ ਜਿਹੜੇ ਤਲਾਕ ਹੋਣਾ। Chapter 2 verse 10 through to 16. ਤੇ ਦੂਸਰਾ ਅਧਿਆਇ 10 ਤੋਂ 15। I've already mentioned mixed marriages, so I won't go through that again. ਇਹ ਸ਼ਾਦੀ ਜਿਹੜੀ ਹੈਗੀ ਹੈ ਕਿ ਗੈਰ ਕੌਮਾਂ ਦੇ ਨਾਲ ਕਰਨਾ, ਇਹਦੇ ਬਾਰੇ ਕਹਿ ਚੁੱਕਾ ਹੈਗਾ, ਹੁਣ ਨਹੀਂ ਕਹੂੰਗਾ। Only to say a born again believer should marry a born again believer. A born again believer should not marry an unbeliever or a nominal Christian. That's not compatible. ਸਿਰਫ ਇਹੀ ਕਹੂੰਗਾ ਕਿ ਹਾਂ ਕਿ ਜਿਹੜਾ ਇੱਕ ਨਵਾਂ ਜਨਮ ਪਾਇਆ ਹੋਇਆ ਵਿਸ਼ਵਾਸੀ ਆ ਉਹ ਨਵੇਂ ਪਾਏ ਹੋਏ ਵਿਸ਼ਵਾਸੀ ਦੇ ਨਾਲ ਹੀ ਵਿਆਹ ਕਰੇ। ਇਹ ਨਾ ਕਿ ਹੋਵੇ ਕਿ ਜਿਹੜਾ ਕਿ ਅਨਵਿਸ਼ਵਾਸੀ ਆ ਉਹਦੇ ਨਾਲ ਵਿਆਹ ਕਰੇ, ਜਾਂ ਕਿ ਜਿਹੜਾ ਕਿ ਨਾਂ ਦਾ ਈਸਾਈ ਹੈਗਾ ਉਹਦੇ ਨਾਲ ਵਿਆਹ ਕਰੇ। But here it talks about divorce. ਇੱਥੇ ਜਿਹੜਾ ਤਲਾਕ ਹੈਗੀ ਉਹਦੇ ਬਾਰੇ ਗੱਲ ਹੁੰਦੀ। Marriage is the most solemn and serious commitment you will ever make in your life. ਸਾਰੇ ਜੀਵਨ ਦੇ ਵਿੱਚ ਜਿਹੜੇ ਸ਼ਾਦੀ ਦੀਆਂ ਕਸਮਾਂ ਹੈਗੀਆਂ ਉਹ ਇੱਕ ਜੋੜੇ ਵਾਲੀਆਂ ਹੈਗੀਆਂ, ਉਹ ਸਾਰੀ ਉਮਰ ਲਈ ਹੋਣੀਆਂ ਚਾਹੀਦੀਆਂ। ਉਹ ਇੱਕ ਹੈਗਾ ਕਿ ਜਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਰਿਸ਼ਤਾ You ਹੁੰਦਾ। don't enter into marriage lightly. ਇਹ ਨਹੀਂ ਹੈ ਕਿ ਹਲਕਾ ਜਿਹਾ ਸਮਝ ਕੇ ਅਸੀਂ ਵੀ ਸ਼ਾਦੀ ਦੇ ਵਿੱਚ ਵੜ ਜਾਂਦੇ। Marriage is not for 1 year, 2 years, 5 years, 10 years, 20 years. It is for life. ਸ਼ਾਦੀ ਜਿਹੜੀ ਹੈਗੀ ਆ ਇਹ ਨਹੀਂ ਹੈ ਕਿ 1-2 ਸਾਲ ਜਾਂ 20 ਜਾਂ 30 ਜਾਂ 40 ਸਾਲ ਹੈਗੀ ਆ, ਪਰ ਹਮੇਸ਼ਾ ਦੇ ਲਈ ਹੈ।
until death us do part. This is what we say. ਅਸੀਂ ਜਿਸ ਵੇਲੇ ਕਸਮ ਖਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਜਿੰਨਾ ਚਿਰ ਸਾਡੀ ਮੌਤ ਜੁਦਾਈ ਨਾ ਕਰੇ ਉਹਨਾਂ ਚਿਰ ਅਸੀਂ ਜਦੋਂ ਨਹੀਂ ਹੋਣਾ। Chapter 2 verse 14 it says it's a covenant relationship. ਦੂਸਰਾ ਅਧਿਆਇ ਤੇ 14ਵੇਂ ਦੱਸਿਆ ਕਿ ਇਹ ਜਿਹੜੀ ਕਸਮ ਖਾਣੀ ਹੈ ਉਹ ਕਸਮੇ ਵਾਅਦੇ ਦੀ ਇਹ ਗੱਲ ਹੈ। It says yet she is your companion and your wife by covenant. ਹਾਂ ਕਿ ਇਹ ਇੱਕ ਨੇਮ ਬੰਨ੍ਹਦੇ ਹਾਂ ਕਿ ਉਹਦੇ ਦੁਆਰਾ ਤੇਰੀ ਉਹ ਪਤਨੀ ਬਣ ਜਾਂਦੀ ਆ। This is why the God of Israel ਇਸ ਕਾਰਨ ਇਜ਼ਰਾਈਲ ਦਾ ਜਿਹੜਾ ਪਰਮੇਸ਼ਰ ਹੈ said to his people in verse 16 16ਵੀਂ ਆਇਤ ਦੇ ਵਿੱਚ ਇਸ ਕਾਰਨ ਪਰਮੇਸ਼ਰ ਆਪਣੇ ਲੋਕਾਂ ਨੂੰ ਕਹਿੰਦਾ that I hate divorce. ਇਸ ਕਾਰਨ ਉਹ ਕਹਿੰਦਾ ਕਿ ਜਿਹੜਾ ਤਲਾਕ ਹੈ ਇਹ ਤੋਂ ਮੈਨੂੰ ਬਹੁਤ ਨਫ਼ਰਤ ਹੈ। And it says here he hates divorce for it covers one's garment with violence. ਤੇ ਅਸੀਂ ਦੇਖਦੇ ਹਾਂ ਕਿ ਇੱਕ ਡਿਵੋਰਸ ਨੂੰ ਉਹ ਨਫ਼ਰਤ ਕਰਦਾ ਕਿ ਦੇਖਦਾ ਕਿ ਇੱਕ ਜਿਹੜਾ ਕਿ ਲੜਾਈ ਝਗੜਾ ਵੀ ਆ। God hates divorce. ਪਰਮੇਸ਼ਰ ਨਫ਼ਰਤ ਕਰਦਾ ਤਲਾਕ ਤੋਂ। Let's not water this down because society, 50% of marriages fail in divorce. ਸਮਾਜ ਦੇ ਵਿੱਚ ਜਿਹੜਾ ਤਲਾਕ ਹੈਗਾ ਉਹਨੂੰ ਬਹੁਤ ਹਲਕਾ ਜਿਹਾ ਸਮਝਿਆ ਜਾਂਦਾ ਇਸ ਕਰਕੇ ਬਹੁਤ ਜਿਹੜੇ ਹੈਗੇ ਤੇ ਤਲਾਕ ਹੋ ਰਹੇ ਆ ਦੁਨੀਆ ਦੇ ਵਿੱਚ। And so we say, look, everybody's divorcing, and therefore, oh, come on, let's not say God hates divorce, so people feel bad. It says here, God hates divorce. ਤੇ ਲੋਕੀ ਕਹਿੰਦੇ ਹੈਗੇ ਕਿ ਸਾਰੀ ਦੁਨੀਆ ਦੇ ਵਿੱਚ ਤਲਾਕ ਤਾਂ ਹੁੰਦੇ ਸਾਰੇ ਕਰਦੇ ਹੈਗੇ ਆਪਾਂ ਵੀ ਕਰ ਲਈਏ ਪਰ ਇਹ ਹਲਕਾ ਜਿਹਾ ਨਾ ਸਮਝੀ ਹੈਗੇ ਪਰਮੇਸ਼ਰ ਕਹਿੰਦਾ ਆਪਣੇ ਵਚਨ ਦੇ ਵਿੱਚ ਤਲਾਕ ਤੋਂ ਮੈਨੂੰ ਨਫ਼ਰਤ ਹੈ। This is what the Bible says. ਇਹ ਬਾਈਬਲ ਵੀ ਇਹ ਕਹਿੰਦੀ ਆ। Society says, ਸਮਾਜ ਕਹਿੰਦਾ divorce, yeah, it's liberating. ਹਾਂ ਕਿ ਜਿਹੜੇ ਤਲਾਕ ਲੈਣਾ ਹੈਗਾ ਇਹ ਤਾਂ ਇੱਕ ਆਜ਼ਾਦੀ ਮਿਲਦੀ। If it doesn't work, get out. ਜੇ ਸ਼ਾਦੀ ਇਹ ਕਾਮਯਾਬ ਨਹੀਂ ਹੁੰਦੀ ਹੈ ਤਾਂ ਨਿਕਲ ਜਾਓ। Be free. ਆਜ਼ਾਦ ਹੋ ਜਾਓ। Get your life back. ਹਾਂ ਕਿ ਜਿਹੜਾ ਜੀਵਨ ਆਪਣਾ ਤੇਰਾ ਆਪਣਾ ਜੀਵਨ ਆ ਵਾਪਸ ਲੈ ਲਓ। God says, I hate divorce. ਪਰ ਪਰਮੇਸ਼ਰ ਕਹਿੰਦਾ ਤਲਾਕ ਤੋਂ ਮੈਨੂੰ ਬਹੁਤ You ਨਫ਼ਰਤ ਹੈ। cannot get any stronger than that. ਇਸ ਤੋਂ ਕੋਈ ਹੋਰ ਮਜ਼ਬੂਤ ਗੱਲ ਨਹੀਂ ਮਿਲਦੀ। And it's easy to understand why God hates divorce. ਇੱਥੇ ਸੌਖਾ ਹੈਗਾ ਸਮਝਣਾ ਕਿ ਪਰਮੇਸ਼ਰ ਕਿਉਂ ਤਲਾਕ ਨਫ਼ਰਤ ਕਰਦਾ। Because divorce, when marriage breaks, then it breaks trust. ਜਿਸ ਵੇਲੇ ਸ਼ਾਦੀ ਟੁੱਟਦੀ ਹੈ ਉਸ ਵੇਲੇ ਭਰੋਸਾ ਟੁੱਟਦਾ। It harms couples. ਹਾਂ ਜਿਹੜਾ ਜੋੜਾ ਉਹਨਾਂ ਦਾ ਨੁਕਸਾਨ ਹੁੰਦਾ। Those who go through divorce go through so much stress and mental anguish and emotional pain. ਜਿਸ ਵੇਲੇ ਲੋਕਾਂ ਦਾ ਤਲਾਕ ਹੁੰਦਾ ਹੈਗਾ ਜੋੜੇ ਦਾ ਤਲਾਕ ਹੁੰਦਾ ਹੈਗਾ ਦੋਨੇ ਧਿਰਾਂ ਜਿਹੜੀਆਂ ਹੈਗੀਆਂ ਬਹੁਤ ਉਹ ਦਰਦ ਦੇ ਵਿੱਚ ਹੀ ਲੰਘਦੀਆਂ ਉਹਨਾਂ ਦਾ ਮੈਂਟਲ ਪਾਗਲ ਹੋ ਜਾਂਦੇ ਆ ਦੁੱਖ ਬਹੁਤ ਹੁੰਦਾ। People have breakdowns, they lose weight. ਹਾਂ ਕਿ ਜਿਸ ਵੇਲੇ ਉਹ ਉਹਨਾਂ ਦਾ ਭਾਰ ਵਧਣ ਲੱਗ ਪੈਂਦਾ ਬ੍ਰੇਕਡਾਊਨ ਹੋ ਜਾਂਦੇ ਆ। It brings instability to children. ਬੱਚਿਆਂ ਦੇ ਵਿੱਚ ਫਿਰ ਉਹ ਜਿਹੜੀ ਤਾੜਨਾ ਹੁੰਦੀ ਉਹ ਰਹਿੰਦੀ ਨਹੀਂ। It causes social problems. ਜੇ ਸਮਾਜ ਦੇ ਵਿੱਚ ਫਿਰ ਫਰਕ ਪੈਂਦਾ। God's fundamental unit for society is the family. ਪਰਮੇਸ਼ਵਰ ਨੇ ਇਹ ਇੱਕ ਉਹਦਾ ਠਹਿਰਾਇਆ ਹੈਗਾ ਕਿ ਜੋ ਸਮਾਜ ਚੱਲੇ ਉਹ ਸ਼ਾਦੀ ਦੇ ਦੁਆਰਾ ਚੱਲੇ ਸ਼ਾਦੀ ਜਿਹੜੀ ਹੈ ਬਹੁਤ ਮਜ਼ਬੂਤੀ ਚੱਲੇ। And where you find divorce rates go up, ਜਿੱਥੇ ਤੁਹਾਨੂੰ ਮਿਲਦਾ ਕਿ ਹਾਂ ਕਿ ਸਮਾਜ ਦੇ ਵਿੱਚ ਤਲਾਕ ਜਿਹੜੇ ਆ ਬਹੁਤ ਵਧੀ ਜਾ ਰਹੇ ਆ। You find there are problems that go up as well because of broken families. ਕਿਉਂਕਿ ਜੋੜਾ ਟੁੱਟ ਜਾਂਦਾ ਹੈਗਾ ਸ਼ਾਦੀਆਂ ਟੁੱਟ ਜਾਂਦੀਆਂ ਉੱਥੇ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਹਾਂ ਕਿ ਲੋਕਾਂ ਦੇ ਵਿੱਚ ਮੁਸ਼ਕਲਾਂ ਮੁਸੀਬਤਾਂ ਵੀ ਬਹੁਤ ਵੱਧ ਗਈਆਂ। God hates divorce. ਪਰਮੇਸ਼ਵਰ ਨਫ਼ਰਤ ਕਰਦਾ ਡਿਵੋਰਸ ਤੋਂ। The sad thing is this, 50% of marriages in society end up in divorce. ਸਮਾਜ ਦੇ ਵਿੱਚ 100 ਦੇ ਵਿੱਚੋਂ 50 ਜਿਹੜੇ ਜੋੜੇ ਹੈਗੇ ਆ ਉਹਨਾਂ ਦਾ ਤਲਾਕ ਹੁੰਦਾ। But the sad thing is this is also permeating the church of Jesus Christ. ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਮੰਡਲੀ ਹੈ If you were divorced before you became a Christian, okay, you were in the dark, you didn't understand things. ਜਿਸ ਵੇਲੇ ਤੁਸੀਂ ਪ੍ਰਭੂ ਕੋ ਨਹੀਂ ਸੀ ਆਏ ਉਸ ਵੇਲੇ ਤੁਸੀਂ ਹਨੇਰੇ ਸੀ ਤੁਹਾਨੂੰ ਤਲਾਕ ਦੇ ਬਾਰੇ ਕੋਈ ਸਮਝ ਨਹੀਂ ਸੀ ਆਉਂਦੀ ਸ਼ਾਦੀ ਦੇ ਬਾਰੇ। But now you're in Christ. God hates divorce. ਹੁਣ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਹਾਂ ਹੁਣ ਤੁਸੀਂ ਡਿਵੋਰਸ ਜਿਹੜੀ ਤਲਾਕ ਹੈਗਾ ਪਰਮੇਸ਼ਵਰ ਤੋਂ ਨਫ਼ਰਤ ਕਰਦਾ ਇਹ ਜਾਣਦੇ ਹੋ। You see it even among Christian leaders. ਇਹ ਜਿਹੜੇ ਆਗੂ ਹੈਗੇ ਆ ਮੰਡਲੀਆਂ ਦੇ ਉਹਨਾਂ ਦੇ ਵਿੱਚ ਵੀ ਹੁੰਦਾ। Those who come on your television screen on the God channels, they've divorced, they've married another one, they've divorced and they've married another one. ਜਿਹੜੇ ਟੈਲੀਵਿਜ਼ਨ ਦੇ ਵਿੱਚ and we listen to them. Oh, they're such good preachers. ਜਿਹੜੇ ਟੈਲੀਵਿਜ਼ਨ ਦੇ ਉੱਤੇ ਪ੍ਰੋਗਰਾਮ ਆਉਂਦੇ ਹੈਗੇ ਗੋਡ ਚੈਨਲ ਦੇ ਉੱਤੇ ਉੱਥੇ ਵੱਡੇ ਵੱਡੇ ਆ ਕੇ ਪ੍ਰਚਾਰ ਕਰਦੇ ਹੈਗੇ ਪਰ ਤੁਹਾਨੂੰ ਪਤਾ ਉਹਨਾਂ ਦੇ ਪਿੱਛੇ ਕੀ ਆ ਉਹ ਇੱਕ ਔਰਤ ਨੂੰ ਛੱਡਦੇ ਦੂਸਰੀ ਨੂੰ ਵਿਆਹ ਲੈਂਦੇ ਆ ਤੇ ਉਹਨੂੰ ਛੱਡ ਕੇ ਹੋਰ ਨੂੰ ਵਿਆਹ ਲੈਂਦੇ ਆ ਇਦਾਂ ਹੁੰਦੇ ਆ। Just like the world.
ਦੁਨੀਆ ਵਾਂਗਰ ਕਰਦੇ ਆ ਉਹ ਵੀ। It's not a person's preaching that matters, it's their moral standing and ਇਹ their ਨਹੀਂ ਹੈ ਕਿ lives. ਜੋ ਉਹ ਪ੍ਰਚਾਰ ਕਰਦੇ ਹੈਗੇ ਆ, ਪਰ ਜੋ ਉਹਨਾਂ ਦਾ ਆਪਣਾ ਆਪਣੇ ਖੁਦੀ ਦਾ ਹੈਗਾ ਪਰਮੇਸ਼ਰ ਦੇ ਵਿੱਚ ਹੋਣਾ, ਉਹਦੇ ਤੇ ਅਸਰ ਪੈਂਦਾ। Don't get me wrong, God allows divorce under certain circumstances in the case of adultery and desertion for your faith. ਹਾਂ ਕਿ ਜਿਸ ਵੇਲੇ ਤੁਹਾਡਾ ਵਿਸ਼ਵਾਸ ਹੁੰਦਾ ਹੈ ਜਾਂ ਕਿ ਜਿਸ ਵੇਲੇ ਕੋਈ ਗੁਨਾਹ ਕਰ ਲੈਂਦਾ ਸ਼ਾਦੀ ਦੇ ਵਿੱਚ, ਉਸ ਵੇਲੇ ਤਲਾਕ ਦੀ ਹਾਂ ਹੈ। But people divorce over the most silly reasons. ਪਰ ਲੋਕੀ ਜਿਹੜੇ ਹੈਗੇ ਆ, ਜੇ ਕੋਈ ਛੋਟੀ ਜਿਹੀ ਵੀ ਗੱਲ ਹੋ ਜਾਂਦੀ ਆ, ਬਿਨਾਂ ਮਤਲਬ ਦੀ ਗੱਲ ਤੋਂ ਵੀ ਉੱਥੇ ਤਲਾਕ ਲਈ I ਜਾਂਦੇ know ਆ। a pastor who was from America. ਅਮਰੀਕਾ ਦੇ ਵਿੱਚ ਇੱਕ ਪਾਸਵਾਨ ਹੈ, ਮੈਨੂੰ He ਜਾਣਦਾ, came here to serve the Lord with his wife. ਆਪਣੀ ਪਤਨੀ ਦੇ ਨਾਲ ਇੱਥੇ ਆਇਆ ਵੇ ਸੇਵਾ ਕਰਨ ਦੇ ਲਈ। His wife then decided, as far as I know, I want to go back to America. ਉਹਦੀ ਤੀਵੀ ਨੇ ਕਿਹਾ, ਉਹਦੀ ਪਤਨੀ ਨੇ ਕਿਹਾ ਕਿ ਮੈਂ ਤਾਂ ਅਮਰੀਕਾ ਵਾਪਸ ਜਾਣਾ ਚਾਹੁੰਦੀ ਹਾਂ। He felt, no, we should stay here as a family, the whole family. ਪਾਸਵਾਨ ਨੇ ਕਿਹਾ ਕਿ ਹਾਂ ਕਿ ਅਸੀਂ ਪਰਿਵਾਰ ਦੇ ਨਾਤੇ ਤੇ ਅਸੀਂ ਇੱਥੇ ਰਲ ਕੇ ਸਾਰੇ ਸੇਵਾ ਕਰੀਏ। They couldn't come to an agreement. ਕੋਈ ਉਹਨਾਂ ਦਾ ਫੈਸਲਾ ਨਹੀਂ ਹੋਇਆ। And so what did they do? ਉਹਨਾਂ ਨੇ ਕੀ ਕੀਤਾ? They decided to divorce each other. ਉਹਨਾਂ ਨੇ ਫੈਸਲਾ ਕੀਤਾ ਕਿ ਹਾਂ ਕਿ ਅਸੀਂ ਤਲਾਕ ਲੈ And ਲਈਏ। then I heard he's getting married again. ਫਿਰ ਸੁਣਿਆ ਕਿ ਉਹ ਫੇਰ ਦੁਬਾਰਾ ਸ਼ਾਦੀ ਕਰ ਰਿਹਾ। Brother, sister, this is no reason for divorce. ਇਹ ਕੋਈ ਗੱਲ ਨਹੀਂ ਹੈਗੀ ਕਿ ਇਸ ਗੱਲ ਦੇ ਕਾਰਨ ਡਿਵੋਰਸ ਹੋ ਜਾਵੇ ਕਿ ਹਾਂ ਕਿ ਮੈਂ ਤਾਂ ਅਮਰੀਕਾ ਜਾਣਾ ਚਾਹੁੰਦੀ ਹਾਂ ਤੇ ਉਹ ਇੱਥੇ These ਰਹਿਣਾ are ਚਾਹੁੰਦਾ। strong words. God hates divorce. ਇਹ ਜਿਹੜੇ ਸਖਤ ਲਫ਼ਜ਼ ਹਨ, ਜਿਸ ਵੇਲੇ ਪਰਮੇਸ਼ਰ ਕਹਿੰਦਾ ਕਿ ਮੈਂ ਤਲਾਕ ਤੋਂ ਨਫ਼ਰਤ ਕਰਦਾ। You may have financial problems in your marriage. ਹੋ ਸਕਦਾ ਸ਼ਾਦੀ ਦੇ ਵਿੱਚ ਪੈਸੇ ਦੀ ਥੋੜ ਹੋਵੇ ਤਾਂ ਉੱਥੇ ਝਗੜਾ ਹੋਵੇ। You may argue a lot in your marriage. ਹੋ ਸਕਦਾ ਕਿ ਸ਼ਾਦੀ ਦੇ ਵਿੱਚ ਬਹੁਤ ਸਾਰੀ ਬਹਿਸ ਹੁੰਦੀ ਹੋਵੇ। You may have disagreements in your marriage. ਹੋ ਸਕਦਾ ਕਿ ਕਿਸੇ ਗੱਲ ਦਾ ਤੁਸੀਂ ਸਮਝੌਤਾ ਨਹੀਂ ਕਰ ਸਕੇ। You may have work issues in your marriage. ਹੋ ਸਕਦਾ ਕਿ ਤੁਹਾਡੇ ਲਫ਼ਜ਼ ਜਿਹੜੇ ਉਹ ਗਲਤ You ਹੋਣ। may have in-law problems. You may have family issues in your marriage. ਹੋ ਸਕਦਾ ਸ਼ਾਦੀ ਦੇ ਵਿੱਚ ਪਰਿਵਾਰ ਦੇ ਲੋਕ ਹੋਣ, ਉਹਨਾਂ ਦੀਆਂ ਮੁਸ਼ਕਲਾਂ ਹੋਣ, ਜਾਂ ਕਿ ਜਿਹੜੇ ਕਿ ਸਾਡੇ ਸੱਸ ਸਹੁਰੇ ਹੈਗੇ ਉਹਨਾਂ ਵੱਲੋਂ But ਮੁਸ਼ਕਲਾਂ ਹੋਣ। remember this, God hates divorce. ਇਹ ਯਾਦ ਰੱਖੋ ਕਿ ਪਰਮੇਸ਼ਰ ਤਲਾਕ ਤੋਂ ਨਫ਼ਰਤ ਕਰਦਾ। Don't think divorce is an easy way out. ਇਹ ਨਾ ਸੋਚੋ ਕਿ ਹਾਂ ਕਿ ਤਲਾਕ ਲੈ ਲਓ ਤਾਂ ਸੌਖਾ ਰਾਹ ਹੈ। Don't think like the world. ਦੁਨੀਆ ਵਾਂਗ ਨਾ ਸੋਚੋ। I'll call it a day, and then you think, oh, you know what? If I have somebody else, I'll be better off. ਤੇ ਹਾਂ ਸੋਚਦੇ ਆ ਕਿ ਹੁਣ ਇਹ ਸ਼ਾਦੀ ਤੋਂ ਮੈਂ ਅੱਕ ਗਿਆ ਹੈਗਾ ਕਿ ਹੁਣ ਮੈਂ ਕਹਿੰਦਾ ਕਿ ਹਾਂ ਕਿ ਆਖਰੀ ਦਿਨ ਆ, ਤਲਾਕ ਦੇ ਕੇ ਹਾਂ ਕਿ ਮੈਂ ਕਿਸੇ ਹੋਰ ਨੂੰ ਲੱਭਦਾ, ਮੈਂ ਉਹਨਾਂ ਸ਼ਾਦੀ ਕਰਦਾ। 50% of first marriages fail. 100 ਦੇ ਵਿੱਚੋਂ 50 ਜਿਹੜੀਆਂ ਸ਼ਾਦੀਆਂ ਪਹਿਲੀ ਵਾਰੀ ਕਰਦੇ ਹਨ ਉਹ ਟੁੱਟ ਜਾਂਦੀਆਂ। 67% of second marriages fail. 100 ਦੇ ਵਿੱਚੋਂ 67 ਜਿਹੜੇ ਜੋੜੇ ਬਣਦੇ ਹਨ ਦੁਬਾਰਾ, ਉਹ ਵੀ ਟੁੱਟਦੇ ਆ। 74% of third marriages fail. 74 100 ਦੇ ਵਿੱਚੋਂ ਜਿਹੜੀ ਤੀਸਰੀ ਵਾਰੀ ਵਿਆਹ ਕਰ ਲੈਂਦੇ ਹੈਗੇ ਉਹ ਟੁੱਟਦੇ। Can you see? ਦੇਖਦੇ ਆ ਕਿ ਕਿੱਦਾਂ What's the ਕਿੱਦਾਂ ਵਧੀ lesson? ਜਾ ਰਹੇ ਆ। Look, if you don't stick at it first time, it's unlikely that you're going to stick at it second time. ਤੇ ਇੱਥੋਂ ਇਹ ਪਤਾ ਲੱਗਦਾ ਕਿ ਪਹਿਲੀ ਸ਼ਾਦੀ ਜਦ ਨਹੀਂ ਬਣੀ ਹੈਗੀ ਤਾਂ ਦੂਸਰੀ 'ਚ ਕਿੱਦਾਂ ਬਣ ਜੂ ਤੇ ਤੀਸਰੀ 'ਚ ਕਿੱਦਾਂ ਬਣ ਜੂ। It's hard. It can be a struggle. ਔਖਾ ਹੈਗਾ ਆ, ਮੁਸ਼ਕਲ ਹੈ। But don't think like the world. If you have problems in your marriage, ਦੁਨੀਆ ਵਾਂਗ ਨਾ ਸੋਚੋ ਜੇ ਸ਼ਾਦੀ ਦੇ ਵਿੱਚ ਮੁਸ਼ਕਲਾਂ ਮੁਸੀਬਤਾਂ ਹਨ। don't think, oh, let's get some marriage counseling. ਇਹ ਨਾ ਹੋਵੇ ਕਿ ਮੈਰਿਜ ਕਾਉਂਸਲ ਜਿਹੜੇ ਕਿ ਸ਼ਾਦੀ ਦੇ ਬਾਰੇ ਸਲਾਹ ਸਾਨੂੰ ਦਿੰਦੇ ਆ ਕਿ ਉਹ ਸਲਾਹ ਸੀ ਉਹਨਾਂ ਦੇ ਲਈ And ਜੀ। you go to the world ਫਿਰ ਦੁਨੀਆ ਦੇ ਕੋਲ ਅਸੀਂ ਜਾਂਦੇ ਆ and you think it's going to sort problems out. ਤੇ ਅਸੀਂ ਸੋਚਦੇ ਆ ਕਿ ਉਹਨਾਂ ਦੇ ਕੋਲੋਂ ਸਲਾਹ ਲਈਏ ਤੇ ਹਾਂ ਕਿ ਜਿਹੜੀ ਸ਼ਾਦੀ ਆ ਉਹਦੇ If ਲਈ you ਮੁਸ਼ਕਲਾਂ ਹਟ have ਜਾਣੀਆਂ। problem, go to God's people. ਹਾਂ ਕਿ ਇਸ ਤਰ੍ਹਾਂ ਆ, ਜੇ ਤੁਹਾਡੀ ਸ਼ਾਦੀ ਦੇ ਵਿੱਚ ਕੋਈ ਮੁਸ਼ਕਲ ਆਈ ਹੈਗੀ ਆ, ਲੋਕ ਜਿਹੜੇ ਪ੍ਰਭੂ ਦੇ ਹੈਗੇ ਆ ਉਹਨਾਂ ਦੇ ਕੋਲ ਜਾਓ। Why? ਕਿਉਂ? Because they have a manual guide for marriage. ਹਾਂ ਕਿ ਜਿਹੜੇ ਵਿਸ਼ਵਾਸੀ ਲੋਕ ਜਿਨ੍ਹਾਂ ਕੋਲ ਜਾਓਗੇ, ਕਿਉਂਕਿ ਉਹਦੇ ਵਿੱਚ ਦੱਸਿਆ ਹੋਇਆ, ਉਹਨਾਂ ਦੇ ਕੋਲ ਇੱਕ ਕਿਤਾਬ ਹੈ ਜਿਹਦੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਸ਼ਾਦੀ ਹੋਣੀ ਚਾਹੀਦੀ ਹੈ। They have the Bible, ਉਹਨਾਂ ਕੋਲ ਬਾਈਬਲ ਹੈ। which tells you why God made marriage. ਕਿਉਂ ਪਰਮੇਸ਼ਰ ਨੇ ਸ਼ਾਦੀ ਜੋੜਾ ਠਹਿਰਾਇਆ, What's the purpose? ਕੀ ਉਹਦਾ ਇਰਾਦਾ What's ਸੀ, your role as a husband or a wife? ਪਤੀ ਪਤਨੀ ਦਾ ਕੀ ਇਹ ਜ਼ਿੰਮੇਵਾਰੀ ਹੈ। And it sends a shiver down your spine when it says God hates divorce, and you fear this. ਜਿਸ ਵੇਲੇ ਅਸੀਂ ਪਰਮੇਸ਼ਰ ਦਾ ਪੈਰ ਰੱਖ ਕੇ ਤਲਾਕ ਦੇ ਬਾਰੇ ਪੜ੍ਹਦੇ ਹਾਂ ਕਿ ਪਰਮੇਸ਼ਰ ਨਫ਼ਰਤ ਕਰਦਾ, ਇਹ ਸੁਣ ਕੇ ਸਾਡੇ ਜਿਹੜੇ ਸਰੀਰ ਆ ਉਹ ਕੰਬ ਜਾਂਦੇ। You go to the world, marriage counseling. ਦੁਨੀਆ ਦੇ ਲੋਕਾਂ ਦੇ ਕੋਲ ਜਾਓ ਜਿਹੜੇ ਕਿ ਸ਼ਾਦੀ ਦੇ ਵਿੱਚ ਸਲਾਹਕਾਰ ਬਣਦੇ ਆ, They have no guide for marriage. ਸ਼ਾਦੀ ਦੇ ਬਾਰੇ ਉਹਨਾਂ ਦੇ ਕੋਈ ਸਲਾਹਕਾਰ They'll sit with ਨਹੀਂ you and ਹੈ। say,
what do you think? What do you think? What do you want? And what do you want? That's all they do. They don't say, this is what the Word of God says. This is what you should be. ਦੁਨੀਆ ਦੇ ਲੋਕ ਹੈ ਜਿਹੜੇ ਸਲਾਹ ਦਿੰਦੇ ਆ ਸ਼ਾਦੀ ਦੇ ਬਾਰੇ, ਜਿਸ ਵੇਲੇ ਉਹਨਾਂ ਦੇ ਕੋਲ ਜਾਂਦੇ ਹੋ ਉਹ ਮੋਹਰੇ ਬਹਿ ਜਾਂਦੇ ਆ ਤੇ ਜੋੜਾ ਮੋਹਰੇ ਬੈਠਾ ਹੁੰਦਾ, ਉਹ ਮੋਹਰਿਓਂ ਸਮਾਂ ਸਵਾਲ ਪਾਉਂਦੀ ਹੈ, ਤੂੰ ਕੀ ਚਾਹੁੰਦੀ ਹੈ, ਤੂੰ ਕੀ ਚਾਹੁੰਦਾ ਹੈਗਾ, ਤੂੰ ਕੀ ਕਰਨਾ ਚਾਹੁੰਦੀ ਹੈ, ਤੂੰ ਕੀ ਕਰਨਾ ਚਾਹੁੰਦੀ, ਇਹੋ ਜਿਹੇ ਸਵਾਲ ਹੈਗੇ ਉਹਨਾਂ ਦੇ ਕੋਲ। ਬਾਈਬਲ ਨਹੀਂ ਹੈਗੀ, ਬਾਈਬਲ ਦੇ ਵਿੱਚੋਂ ਨਹੀਂ ਦੱਸ ਸਕਦੇ। God rebukes Israel for mixed marriages and for divorce. ਸ਼ਾਦੀਆਂ ਤੋਂ, ਤਲਾਕ ਤੋਂ ਪਰਮੇਸ਼ਰ ਉਹਨਾਂ ਨੂੰ ਤਾੜਦਾ। Finally, he rebukes them for robbing God. ਤੇ ਆਖਰ ਦੇ ਵਿੱਚ ਪਰਮੇਸ਼ਰ ਉਹਨਾਂ ਨੂੰ ਤਾੜਦਾ ਕਿ ਜਿਹੜੇ ਪਰਮੇਸ਼ਰ ਤੋਂ ਉਹਨਾਂ ਠੱਗੀ ਕਰਦੇ ਆ। So chapter 3 verse 8 through to 12. ਤੀਸਰਾ ਅਧਿਆਇ 8 ਤੋਂ 12 ਆਇਤ। Again, I'm not going to go into this. It's talking about tithing here, and they weren't paying their tithes. ਇੱਥੇ ਦੇਖਦੇ ਆ ਕਿ ਉਹ ਆਪਣਾ ਦਸੌਂਦ ਨਹੀਂ ਸੀ ਦਿੰਦੇ, And he ਦਸੌਂਦ says, ਦੇ ਵਿੱਚ look, by ਠੱਗੀ not ਕਰਦੇ ਸੀ। giving the 10% of your income, you are robbing God. ਤੋ ਇਹ ਕਹਿ ਰਿਹਾ ਕਿ ਹਾਂ ਜੇ ਤੁਸੀਂ ਦਸੌਂਦ ਨਹੀਂ ਦਿੰਦੇ ਹੈਗੇ ਫਿਰ ਤੁਸੀਂ ਪਰਮੇਸ਼ਰ ਦੇ ਨਾਲ ਠੱਗੀ ਕਰਦੇ ਹੋ, ਤੁਸੀਂ ਉਹ ਤੋਂ ਚੋਰੀ ਕਰਦੇ ਹੋ। Verse 8 says, will a man rob God? ਫਿਰ 8ਵੀਂ ਦੇ ਵਿੱਚ ਸਵਾਲ ਪਾਉਂਦੇ ਆ ਕਿ ਹਾਂ ਕਿ ਕੀ ਤੁਸੀਂ ਪਰਮੇਸ਼ਰ ਨੂੰ ਚੋਰੀ Yet ਕਰ ਸਕਦੇ ਚੋਰੀ? you have robbed me. And again they say, well, Lord, how have we robbed you? ਪਰਮੇਸ਼ਰ ਕਹਿੰਦਾ ਕਿ ਹਾਂ ਕਿ ਤੁਸੀਂ ਮੇਰੇ ਨਾਲ ਠੱਗੀ ਕੀਤੀ ਹੈ, ਤੇ ਫਿਰ ਉਹ ਮੋਰੇ ਜਵਾਬ ਦਿੰਦੇ ਹਾਂ ਕਿ ਅਸੀਂ ਤੈਨੂੰ ਕਿਸ ਤਰ੍ਹਾਂ ਠੱਗਿਆ? By not giving their tithes. ਉਹ ਹੈ ਕਿ ਹਾਂ ਕਿ ਤੁਸੀਂ ਆਪਣੀ ਦਸੌਂਦ ਨਹੀਂ ਦਿੱਤੀ। We mentioned this before, so I'm not going to go into it. ਪਹਿਲਾਂ ਵੀ ਮੈਂ ਕਹਿ ਚੁੱਕਾ ਹੈਗਾ, ਬਾਲਾ ਨਹੀਂ ਜਾਵਾਂਗਾ ਇਹਦੇ ਵਿੱਚ। But you know, we don't go around asking people for money. ਅਸੀਂ ਇਹ ਨਹੀਂ ਹੈਗੇ ਕਿ ਅਸੀਂ ਥੈਲੀ ਲੈ ਕੇ ਅਸੀਂ ਲੋਕਾਂ ਦੇ ਕੋਲ ਜਾਂਦੇ ਹੈਗੇ ਕਿ ਸਾਨੂੰ ਪੈਸੇ ਦਿਓ। You know, we don't want to emphasize, well, people come here think that we're there to get their money. ਅਸੀਂ ਇਹ ਨਹੀਂ ਚਾਹੁੰਦੇ ਹੈਗੇ ਕਿ ਲੋਕੀ ਜਿਹੜੇ ਇੱਥੇ ਆਉਂਦੇ ਹੈਗੇ ਆ ਉਹ ਸੋਚਣ ਹਾਂ ਕਿ ਅਸੀਂ ਉਹ ਥੈਲੀ ਲੈ ਕੇ ਜਾਂਦੇ ਆ ਕਿ ਹਾਂ ਕਿ ਤਾਂ ਪੈਸੇ If ਮੰਗਦੇ you're ਆ। not a believer, we don't want your money. God wants your life. ਜੇ ਤੁਸੀਂ ਵਿਸ਼ਵਾਸੀ ਨਹੀਂ ਹੈ ਸਾਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਪਰ ਪਰਮੇਸ਼ਰ ਤੁਹਾਡਾ ਜੀਵਨ ਚਾਹੁੰਦਾ। But once you come to the Lord, it's important that we give. ਜਿਸ ਵੇਲੇ ਅਸੀਂ ਪ੍ਰਭੂ ਨੂੰ ਪਾ ਲੈਂਦੇ ਆ ਫਿਰ ਜ਼ਰੂਰ ਆ ਕਿ ਅਸੀਂ ਦਈਏ। But have you ever thought of this? It's like this. ਕੀ ਤੁਸੀਂ ਇਸ ਤਰੀਕੇ ਦੇ ਨਾਲ ਕਦੀ ਸੋਚਿਆ? The fact that we don't give our tithes and offerings ਜਿਸ ਵੇਲੇ ਅਸੀਂ ਆਪਣੀ ਦਸੌਂਦ ਨਹੀਂ ਦਿੰਦੇ is ਆ, like, you know, you have the box at the back where you put your money in. ਤੇ ਉਹ ਪਿੱਛੇ ਬਾਕਸਾ ਲਾਇਆ ਹੋਗਾ ਜਿੱਥੇ ਪੈਸੇ ਪਾਉਂਦੇ ਹੋ। And if we're not giving, ਜੇ ਅਸੀਂ ਨਹੀਂ ਦੇ ਰਹੇ, it's like I'm putting my hand in the box and I'm robbing God. ਉਹ ਇਸ ਤਰ੍ਹਾਂ ਹੈਗਾ ਜੇ ਅਸੀਂ ਉਹ 'ਚ ਪੈਸਾ ਨਹੀਂ ਪਾਉਂਦੇ ਹੈਗੇ, ਇਸ ਤਰੀਕੇ ਨਾਲ ਦੇਖ ਸਕਦੇ ਹੈਗੇ ਆ ਕਿ ਪੈਸਾ ਤਾਂ ਨਹੀਂ ਪਾਉਂਦੇ ਹੈਗੇ, ਪਰ ਅਸੀਂ ਹੱਥ ਪਾ ਕੇ ਉਹਦੇ ਵਿੱਚੋਂ ਕੱਢ ਰਹੇ ਹਾਂ। In giving, there are so many blessings. ਦੇਣ ਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਹਨ। Keeps you from greed. ਇਹ ਹੈ ਕਿ ਹਾਂ ਕਿ ਅਸੀਂ ਉਹ ਕੀ ਜਿਹਨੂੰ ਕਹਿੰਦੇ ਕਿ ਅਸੀਂ ਭੁੱਖੇ ਨਹੀਂ ਬਣ ਜਾਂਦੇ, It keeps you from being greedy. ਗਰੀਡੀ ਨਹੀਂ ਅਸੀਂ ਬਣ ਜਾਂਦੇ। It helps you spend your money wisely and you don't waste it. ਹਾਂ ਕਿ ਅਸੀਂ ਪੈਸਾ ਬਰਬਾਦ ਨਹੀਂ ਕਰਦੇ, ਅਸੀਂ ਬੁੱਧ ਪਾਉਂਦੇ ਹੈਗੇ It ਕਿ helps ਕਿਸ you to ਤਰੀਕਾ put God ਖਰਚੀਏ। first. If you're not doing in terms of giving, then you probably won't be doing it in other areas. ਹਾਂ ਕਿ ਜੇ ਪਰਮੇਸ਼ਰ ਨੂੰ ਪਹਿਲ ਦਈਏ, ਜੇ ਅਸੀਂ ਪਰਮੇਸ਼ਰ ਦੇ ਪੈਸਿਆਂ ਦੇ ਨਹੀਂ ਪਾਉਂਦੇ ਹੈਗੇ, ਜੇ ਦਸੌਂਦ ਨਹੀਂ ਦਿੰਦੇ ਹੈਗੇ, ਹੋ ਸਕਦਾ ਕਿ ਅਸੀਂ ਹੋਰ ਚੀਜ਼ਾਂ ਦੇ ਵਿੱਚ You're ਨਹੀਂ ਹਿੱਸਾ building ਲੈਂਦੇ। for eternity, God's kingdom. ਪਰਮੇਸ਼ਰ ਦੇ ਰਾਜ ਨੂੰ ਅਸੀਂ ਵੱਡਾ ਵਧਾ ਰਹੇ It ਹੈਗੇ ਆ। teaches you sacrifice. ਇਹ ਸਿਖਾਇਆ ਜਾਂਦਾ ਕਿ ਅਸੀਂ ਕੁਰਬਾਨ ਕਰਨ ਵਾਲੇ It ਹੋਈਏ। brings you joy. ਇਹਦੇ ਵਿੱਚ ਖੁਸ਼ੀ ਤੇ ਆਨੰਦ ਮਿਲਦਾ। And we feel blessed in giving. ਦੇਣ ਦੇ ਵਿੱਚ ਅਸੀਂ ਬਰਕਤ ਪਾਉਂਦੇ ਆ ਤੇ ਮਹਿਸੂਸ ਵੀ ਕਰਦੇ So ਆ। he rebukes them. ਫਿਰ ਉਹ ਕਹਿੰਦਾ ਕਿਸ ਤਰ੍ਹਾਂ ਉਹਨੇ ਇਹਨਾਂ ਨੂੰ ਤਾੜਨਾ ਲਾਈ। So there's a message of love, there's a message of rebuke, and finally and briefly, ਹਾਂ ਕਿ ਪਹਿਲਾਂ ਅਸੀਂ ਦੇਖਿਆ ਕਿ ਪਿਆਰ ਦਾ ਪੈਗਾਮ, ਫਿਰ ਦੂਸਰੀ ਵਾਰ ਦੇਖਿਆ ਕਿ ਤਾੜਨਾ ਜਿਹੜੀ ਲਾਈ ਉਹਦੇ ਬਾਰੇ। there is a message of hope. ਆਸ ਵੀ ਹੈ, ਪੈਗਾਮ ਆਸ ਦਾ ਵੀ ਹੈ। After Malachi, ਮਲਾਕੀ ਤੋਂ ਬਾਅਦ, if you turn your Bible over, you come to the New Testament. ਮਲਾਕੀ ਤੋਂ ਅਸੀਂ ਗਾਹਾਂ ਦੀ ਕਿਤਾਬ ਖੋਲੀਏ, ਮਤੀ ਜਿਹੜੀ ਆ ਉਹਨੂੰ ਖੋਲੀਏ, There is a silence of 400 years. ਫਿਰ ਉੱਥੇ 4 ਸਾਲ ਮਤੀ ਦੀ ਕਿਤਾਬ ਤੋਂ ਮਲਾਕੀ ਦੀ ਕਿਤਾਬ ਤੱਕ 400 ਸਾਲ ਚੁੱਪ ਰਹੀ। During this period, the Jewish people would become harder and they would emphasize outward religion, more and more and more formalism. ਇਹ 4 ਸਾਲ ਦੇ ਵਿੱਚ ਜਿਹੜੀ ਇਸਰਾਇਲ ਕੌਮ ਸੀ ਉਹ ਸਖਤ ਹੋ ਗਈ, ਉਹ ਬਾਹਰਲੀਆਂ ਰੀਤੀਆਂ ਰਿਵਾਜਾਂ ਦੇ ਵਿੱਚ ਲੱਗ ਗਏ। There were Pharisees that came into existence, scribes and Sadducees. ਫਿਰ During these 400 years, ਫਿਰ ਸਦੂਕੀ ਆਏ, ਫਿਰ ਉਹ ਜਿਹੜੇ ਜਾਜਕ ਆਏ, ਉਹ ਸਾਰੇ ਸੀਗੇ 400 ਸਾਲ ਉਹ ਇਦਾਂ ਦੇ ਆਉਂਦੇ ਲਏ ਤੇ ਉਹ ਆਪਣੀ ਸਿੱਖਿਆ ਲੈ ਕੇ they were ਆਉਂਦੇ। hypocrites. ਉਹ ਕਪਟੀ ਸੀਗੇ, They taught outward religion to the people. ਬਾਹਰਲਾ ਧਰਮ ਲੋਕਾਂ ਨੂੰ ਸਿਖਾ ਰਹੇ ਸੀ। They loved to stand on the street corners and make long prayers.
ਉਹ ਸੜਕਾਂ ਦੇ ਕਿਨਾਰਿਆਂ ਤੇ ਖੜ ਕੇ ਲੰਮੀਆਂ ਲੰਮੀਆਂ ਪ੍ਰਾਰਥਨਾ ਕਰਦੇ ਸੀ to impress people. They love to fast and make a show of it to Oh. impress people. ਉਹ ਸੜਕਾਂ ਦੇ ਕਿਨਾਰੇ ਤਾਂ ਖੜਦੇ ਸੀ ਲੋਕੀ ਉਹਨਾਂ ਨੂੰ ਸ਼ਾਬਾਸ਼ ਦੇਣ ਉਹਨਾਂ ਦੀ ਤਾਰੀਫ ਕਰਨ They were like whitewashed, clean tombs on the outside, but they were like dead men's bones on the ਉਹ ਇਸ inside. ਤਰ੍ਹਾਂ ਸੀਗੇ ਕਿ ਬਾਹਰੋਂ ਧੋਤੀਆਂ ਹੋਈਆਂ ਕਬਰਾਂ ਸੀਗੇ ਤੇ ਅੰਦਰੋਂ ਉਹਨਾਂ ਦੇ ਵਿੱਚੋਂ ਸੜਿਆਣ ਆਉਂਦੀ ਸੀ This is what the religion of Judaism became more and more like. ਇਸੇ ਤਰ੍ਹਾਂ ਦਾ ਇਹ ਯਹੂਦੀਆਂ ਦਾ ਧਰਮ ਬਣ ਗਿਆ ਸੀਗਾ ਬਾਹਰੋਂ But God gives hope. ਪਰ ਪਰਮੇਸ਼ਰ ਆਸ ਦਿੰਦਾ ਹੈ Malachi chapter 3 verse 1. ਮਲਕਾਈ 3:1 He says, ਦੇ ਵਿੱਚ behold, I send my messenger and he will prepare the way before me. ਵੇਖੋ ਮੈਂ ਆਪਣੇ ਦੂਤ ਨੂੰ ਕੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ So before I come, before the Messiah comes, a messenger will be sent to prepare people. ਮੇਰੇ ਆਉਣ ਤੋਂ ਮਸੀਹਾ ਦੇ ਆਉਣ ਤੋਂ ਪਹਿਲਾਂ ਇੱਕ ਦੂਤ ਆਵੇਗਾ ਜਿਹੜਾ ਮੇਰਾ ਰਾਹ ਤਿਆਰ ਕਰੇਗਾ Who's this messenger? ਇਹ ਕੌਣ ਸੀਗਾ Chapter 4 verse 5. ਚੌਥਾ ਅਧਿਆਇ ਤੇ 5ਵੀਂ ਆਇਤ Behold, I will send you Elijah the prophet. ਮੈਂ ਇਲਾਈਜਾ ਜਿਹੜਾ ਨਬੀ ਹੈ ਉਹਨੂੰ ਭੇਜਾਂਗਾ Who was this? ਇਹ ਕੌਣ ਸੀ This was John the ਇਹ Baptist. ਯਹੂਨਾ ਬਪਤਿਸਮਾ ਦੇਣ ਵਾਲਾ Not ਸੀ literally Elijah, ਇਹ ਨਹੀਂ ਸੀਗਾ ਕਿ ਇਲਾਈਜਾ ਨੇ ਸੱਚੀ ਮੁੱਚੀ ਆਉਣਾ but ਹੈ the one who was like Elijah and stood for what Elijah stood for. ਉਹ ਇਲਾਈਜਾ ਵਰਗਾ ਹੋਵੇਗਾ ਜਿਸ ਗੱਲ ਦੇ ਉੱਤੇ ਇਲਾਈਜਾ ਠਹਿਰਿਆ ਹੋਇਆ ਸੀਗਾ ਉਹ ਵੀ ਉੱਥੇ ਠਹਿਰੂ He would be like a messenger that would go before the people when a king was about to go into a town. The messenger would go and say, make your road straight, the king is coming. ਉਹ ਇਹੋ ਜਿਹਾ ਸੁਨੇਹਾ ਲੈ ਕੇ ਜਾਊਗਾ ਜਿਹੜਾ ਕਿ ਪਰਮੇਸ਼ਰ ਦੇ ਰਾਜੇ ਦੇ ਆਉਣ ਤੋਂ ਪਹਿਲਾਂ ਇੱਕ ਜਿਹੜਾ ਕਿ ਟੱਲੀ ਵਜਾਉਣ ਵਾਲਾ ਹੈਗਾ ਲੋਕਾਂ ਨੂੰ ਦੱਸਦਾ ਕਿ ਰਸਤੇ ਨੂੰ ਤਿਆਰ ਕਰੋ ਰਸਤੇ ਨੂੰ ਖਾਲੀ ਕਰ ਦਿਓ ਰਾਜਾ ਆ ਰਿਹਾ ਹੈ Clean your city, the king is coming. ਆਪਣੇ ਸ਼ਹਿਰਾਂ ਨੂੰ ਸੜਕਾਂ ਨੂੰ ਤੁਸੀਂ ਸਾਫ਼ ਕਰ ਸੁਥਰੇ ਕਰ ਲਓ ਕਿਉਂਕਿ ਰਾਜਾ ਆ ਰਿਹਾ ਹੈ John the Baptist would come and say, clean your lives, get your lives ready, the Messiah Christ is coming. ਹਾਂ ਕਿ ਯਹੋਨਾ ਬਪਤਿਸਮਾ ਦੇਣ ਵਾਲੇ ਦਾ ਵੀ ਇਹ ਪੈਗਾਮ ਸੀ ਆਪਣੇ ਜੀਵਨ ਨੂੰ ਸਾਫ਼ ਸੁਥਰਾ ਕਰ ਲਓ ਰਾਜਾ ਜਿਹੜਾ ਆ ਰਿਹਾ ਹੈਗਾ ਉਹਦੇ ਆਉਣ ਤੋਂ ਪਹਿਲਾਂ ਤਿਆਰ ਕਰ ਲਓ Chapter 3 verse 2. ਤੀਸਰਾ ਅਧਿਆਇ Who can ਦੂਸਰੀ endure the day of his coming? ਕੌਣ ਉਹਦੇ ਉਸ ਦਿਨ ਨੂੰ ਸਹਾਰ ਸਕਦਾ ਹੈ It says he'll be like a refiner's fire. ਉਹ ਇੱਕ ਹੈਗਾ ਕਿ ਜਿਹੜਾ ਕਿ ਅੱਗ ਦੇ ਵਿੱਚ ਤਾਇਆ ਜਾਂਦਾ So it's like heat, the burnt silver and would and the dross and the dirt would be, the impurities would be burnt out. ਜਿਸ ਤਰ੍ਹਾਂ ਸੁਨਿਆਰੇ ਸੋਨੇ ਚਾਂਦੀ ਨੂੰ ਤਾਲਦੇ ਹੈਗੇ ਆ ਅੱਗ ਦੇ ਵਿੱਚ ਪਾਉਂਦੇ ਹੈਗੇ ਆ ਜਿਹੜਾ ਸੋਨਾ ਹੈਗਾ ਅਸਲੀ ਉਹ ਖਾਲਸ ਇੱਕ ਪਾਸੇ ਹੋ ਜਾਂਦਾ ਗੰਧ ਜਿਹੜਾ ਹੈਗਾ ਉਹ ਇੱਕ ਪਾਸੇ ਹੋ ਜਾਂਦਾ Like a launderer's soap, you use soap to wash the clothes and you beat out the dirt. ਜਿਸ ਤਰ੍ਹਾਂ ਧੋਬੀ ਹੈਗੇ ਆ ਕੱਪੜੇ ਨੂੰ ਧੋਂਦੇ ਹੈਗੇ ਆ ਸਾਬਣ ਲਾਉਂਦੇ ਹੈਗੇ ਆ ਫਿਰ ਉਹ ਪੱਥਰਾਂ ਤੇ ਮਾਰਦੇ ਹੈਗੇ ਆ ਗੰਧ ਕੱਢਦੇ ਆ This is what John the Baptist would do. This is what Jesus would do. ਇਹ ਸੀਗਾ ਕਿ ਯਹੋਨਾ ਨੇ ਰਾਹ ਤਿਆਰ ਕਰਨਾ ਸੀ ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਕਰਨਾ And ਸੀ John the Baptist was preparing the people for this. ਤਾਂ ਕਿ ਯਹੋਨਾ ਬਪਤਿਸਮਾ ਦੇਣ ਵਾਲਾ ਲੋਕਾਂ ਦੇ ਦਿਲਾਂ ਨੂੰ ਤਿਆਰ ਕਰ ਰਿਹਾ ਸੀਗਾ ਰਾਜ ਦੇ ਆਉਣ ਤੱਕ Jesus came ਯੀਸ਼ੂ ਆਇਆ after 400 years. 400 ਸਾਲ ਬਾਅਦ ਆਇਆ And he challenged the hypocrisy of Judaism. ਜਿਹੜਾ ਕਿ ਯਹੂਦੀਆਂ ਦਾ ਧਰਮ ਬਣ ਚੁੱਕਾ ਸੀਗਾ ਉਹਨਾਂ ਨੂੰ ਆ ਕੇ ਲਲਕਾਰਿਆ The system, the ritualistic system that had become corrupt. ਉਹ ਜਿਹੜੇ ਕਿ ਰੀਤੀ ਰਿਵਾਜ ਉਹਨਾਂ ਨੇ ਬਣਾ ਲਏ ਸੀਗੇ ਜਿਨ੍ਹਾਂ ਦੇ ਵਿੱਚ ਰਿਸ਼ਵਤਖੋਰ ਚੱਲ ਰਹੀ ਸੀ And what does he come? What does he say? Repent. ਉਹਨੇ ਆ ਕੇ ਕੀ ਕਿਹਾ John ਤੌਬਾ says, ਕਰੋ repent. Jesus says, repent. ਯਹੋਨਾ ਨੇ ਕਿਹਾ ਤੌਬਾ ਕਰੋ ਯੀਸ਼ੂ ਨੇ ਕਿਹਾ ਤੌਬਾ He ਕਰੋ preaches the Sermon on the Mount ਜੋ ਜੈਤੂਨ ਦੇ ਪਹਾੜ ਦੇ ਉੱਤੇ ਉਹਨੇ ਪ੍ਰਚਾਰ ਕੀਤਾ that cut people to the heart. ਜਿਹਦੇ ਦੁਆਰਾ ਲੋਕੀ ਛਿੱਦੇ ਗਏ He challenged people praying and fasting and giving and making a show. ਉਹਨਾਂ ਨੇ ਆ ਕੇ ਲਲਕਾਰ ਕੀਤਾ ਕਿ ਹਾਂ ਕਿ ਜਿਹੜੇ ਕਿ ਆਪਣੀਆਂ ਕੁਰਬਾਨੀਆਂ ਚੜਾਉਂਦੇ ਹੈਗੇ ਆ ਕਿ ਉਹ ਦਿਖਾਵੇ ਦੇ ਲਈ ਸਭ ਕੁਝ ਕਰਦੇ ਹੈਗੇ ਰੀਤੀ ਰਿਵਾਜਾਂ ਵਿੱਚ ਲੱਗੇ ਹੋਏ ਆ He came, he died for people's sins. ਉਹ ਆਇਆ ਆ ਕੇ ਮਰ ਗਿਆ ਲੋਕਾਂ ਦੇ ਪਾਪਾਂ ਦੇ ਲਈ He came to sort out the wheat from the chaff. ਉਹ ਆਇਆ ਸੀਗਾ ਕਿ ਜਿਹੜੀ ਅਸਲੀ ਫਸਲ ਹੈਗੀ ਆ ਉਹਦੇ ਵਿੱਚ ਜਿਹੜੀਆਂ ਜੰਗਲੀ ਬੂਟੀਆਂ ਉਹਨਾਂ ਨੂੰ ਪੁੱਟ Brother, ਦੇਵੇ sister, this Jesus is coming again. ਭੈਣੋ ਤੇ ਭਰਾਵੋ ਪ੍ਰਭੂ ਯੀਸ਼ੂ ਮਸੀਹ ਦੁਆਰਾ ਆ ਰਿਹਾ ਹੈ Are we ready for his coming? ਕੀ ਉਹਦੇ ਆਉਣ ਦੇ ਵਿੱਚ ਅਸੀਂ ਤਿਆਰ ਹਾਂ What are our lives like? ਕਿਹੋ ਜਿਹਾ ਸਾਡਾ ਜੀਵਨ Has ਹੈ it become ritualistic? ਕੀ ਉਹ ਸਾਡੇ ਰੀਤੀ ਰਿਵਾਜ ਬਣ ਗਿਆ ਜੀਵਨ We come to church. ਅਸੀਂ ਚਰਚ ਦੇ ਵਿੱਚ ਆਉਂਦੇ ਹਾਂ We do Christian duties. ਜਿਹੜੀਆਂ ਜ਼ਿੰਮੇਵਾਰੀਆਂ ਕ੍ਰਿਸਚੀਅਨ ਧਰਮ ਦੇ ਵਿੱਚ ਅਸੀਂ ਉਹ But ਕਰਦੇ ਹਾਂ our hearts are far away. ਕੀ ਸਾਡੇ ਦਿਲ ਜਿਹੜੇ ਹੈਗੇ ਪ੍ਰਭੂ ਤੋਂ ਬਹੁਤ ਦੂਰ ਹਨ There is nothing at the level of the heart. ਕੀ ਉਹ ਦਿਲ ਦੇ ਵਿੱਚ ਉਹ ਉੱਚੀ ਜਗ੍ਹਾ ਹੈਗੀ ਹੈ ਕਿ ਨਹੀਂ And behind the scenes we are empty. ਪਰ ਅਸੀਂ ਵੀ ਜੇ ਸਾਡੇ ਪਿੱਛੇ ਦੇਖੀਏ ਜੇ ਅੰਦਰ ਝਾਤੀ ਮਾਰੀਏ ਅਸੀਂ ਖਾਲੀ ਹਾਂ Our families
Families are breaking down. ਸਾਡੇ ਜਿਹੜੇ ਪਰਿਵਾਰ ਹੈ ਟੁੱਟ ਰਹੇ ਆ, Marriages are failing. ਸ਼ਾਦੀਆਂ ਟੁੱਟ ਰਹੀਆਂ। We want to give everybody a good impression. We're Christians. ਅਸੀਂ ਬਾਹਰੋਂ ਤਾਂ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਕਿੰਨੇ ਸੋਹਣੇ ਵਿਸ਼ਵਾਸੀ ਹਾਂ। Repent. ਤੌਬਾ ਕਰੋ, Come back. ਮੁੜ ਕੇ ਵਾਪਸ ਆ ਜਾਓ ਪ੍ਰਭੂ ਕੋ। Turn to Christ from your heart. ਦਿਲੋਂ ਪ੍ਰਭੂ ਯਿਸੂ ਮਸੀਹ ਵੱਲ ਮੁੜੋ। Realize you have gone astray. ਇਹ ਪਛਾਣ ਲਓ ਕਿ ਹਾਂ ਕਿ ਅਸੀਂ ਕੁਰਾਹੇ ਪੈ ਗਏ ਹਾਂ। And come genuinely to Christ, ਸੱਚੇ ਦਿਲ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਕੋਲ ਆਓ, who will change you from within and from without. ਜਿਸ ਵੇਲੇ ਤੁਸੀਂ ਪ੍ਰਭੂ ਯਿਸੂ ਮਸੀਹ ਕੋਲ ਸੱਚੇ ਦਿਲ ਨਾਲ ਆਉਂਦੇ ਆ, ਤੁਹਾਨੂੰ ਅੰਦਰੋਂ ਤੇ ਬਾਹਰੋਂ ਉਹ ਬਦਲੇਗਾ। The Old Testament closes, ਤੇ ਜਿਹੜਾ ਪੁਰਾਣਾ ਨੇਮ ਹੈਗਾ ਉਹ ਖਤਮ ਹੁੰਦਾ and ਹੁਣ। then 400 years later, ਫਿਰ the 400 Savior, the promised Savior comes. ਪੁਰਾਣਾ ਨੇਮ ਜਿਸ ਵੇਲੇ ਬੰਦ ਹੁੰਦਾ, 400 ਬਾਲ ਚੁੱਪ ਹੁੰਦੀ ਹੈ, 400 ਬਾਲ ਇੱਕ ਮੁਕਤੀ ਦਾਤਾ ਆਉਂਦਾ ਹੈ। And he'll come again one day. ਫਿਰ ਉਹ ਦੁਬਾਰਾ ਇੱਕ ਦਿਨ ਆਊਗਾ। Amen. ਆਮੇਨ। Thank you for listening to this message. For further information, visit www.emmanuelhansworth.org.uk.